ਅੰਤੇ ਸਤਿਗੁਰ ਬੋਲਿਆ, ਅੰਤੇ ਸਤਿਗੁਰ ਬੋਲਿਆ। ਅੰਤੇ ਸਤਿਗੁਰ ਬੋਲਿਆ, ਅੰਤੇ ਸਤਿਗੁਰ ਬੋਲਿਆ। ਮੈਂ ਪਿੱਛੇ ਕੀਰਤਨ ਕਰਿਓ ਨਿਰਵਾਣ ਜੀਓ, ਮੈਂ ਪਿੱਛੇ ਕੀਰਤਨ ਕਰਿਓ ਨਿਰਵਾਣ ਜੀਓ। ਅੰਤੇ ਸਤਿਗੁਰ ਬੋਲਿਆ, ਅੰਤੇ ਸਤਿਗੁਰ ਬੋਲਿਆ। ਮੈਂ ਪਿੱਛੇ ਕੀਰਤਨ ਕਰਿਓ ਨਿਰਵਾਣ ਜੀਓ, ਮੈਂ ਪਿੱਛੇ ਕੀਰਤਨ ਕਰਿਓ ਨਿਰਵਾਣ ਜੀਓ। ਕੇਸੋ ਗੋਪਾਲ ਪੰਡਤ ਸਤਿਓ, ਕੇਸੋ ਗੋਪਾਲ ਪੰਡਤ ਸਤਿਓ। ਹਰ ਹਰ ਕਥਾ ਪੜ੍ਹੀਐ ਪੁਰਾਣ ਜੀਓ, ਕਥਾ ਪੜ੍ਹੈ ਪੁਰਾਣ ਜੀਓ। ਹਰ ਕਥਾ ਪੜ੍ਹੀਐ ਹਰ ਨਾਮ ਸੁਣੀਐ, ਹਰ ਕਥਾ ਪੜ੍ਹੀਐ ਹਰ ਨਾਮ ਸੁਣੀਐ। ਬਿਬਾਣ ਹਰ ਰੰਗ ਗੁਰ ਭਾਵੇ, ਬਿਬਾਣ ਹਰ ਰੰਗ ਗੁਰ ਭਾਵੇ, ਬਿਬਾਣ ਹਰ ਰੰਗ ਗੁਰ ਭਾਵੇ। ਅੰਤੇ ਸਤਿਗੁਰ ਬੋਲਿਆ, ਅੰਤੇ ਸਤਿਗੁਰ ਬੋਲਿਆ। ਮੈਂ ਪਿੱਛੇ ਕੀਰਤਨ ਕਰਿਓ ਨਿਰਵਾਣ ਜੀਓ, ਮੈਂ ਪਿੱਛੇ ਕੀਰਤਨ ਕਰਿਓ ਨਿਰਵਾਣ ਜੀਓ। ਪਿੰਡ ਪੱਤਲ ਕੀਰਿਆ ਦੀਵਾ, ਫੁੱਲ ਹਰ ਸਰ ਪਾਵੇ, ਫੁੱਲ ਹਰ ਸਰ ਪਾਵੇ। ਹਰ ਪਾਇਆ ਸਤਿਗੁਰ ਬੋਲਿਆ, ਹਰ ਪਾਇਆ ਸਤਿਗੁਰ ਬੋਲਿਆ। ਹਰ ਮਿਲਿਆ ਪੁਰਖ ਸੁਜਾਨ, ਮਿਲਿਆ ਪੁਰਖ ਸੁਜਾਨ ਜੀਓ। ਰਾਮਦਾਸ ਸੋਢੀ ਤਿਲਕ ਦੀਆ, ਰਾਮਦਾਸ ਸੋਢੀ ਤਿਲਕ
शब्द सच निशान जियो, गुर शब्द सच निशान जियो, गुर शब्द सच निशान जियो। अंते सतगुर बोलिया, अंते सतगुर बोलिया, मैं पिछे कीर्तन करियो निर्वाण जियो, मैं पिछे कीर्तन करियो निर्वाण जियो। अंते सतगुर बोलिया, अंते सतगुर बोलिया, अंते सतगुर बोलिया। मैं पिछे कीर्तन करियो निर्वाण जियो। प्यारी साध संगत जी, ਅਸੀਂ ਸਾਰੇ ਰਲ ਕੇ ਰਾਮਕਲੀ ਸੱਦ ਦੇ ਜਿਹੜੇ ਟੋਟਲ 6 ਪਦੇ ਹਨ, ਇਹਨਾਂ 'ਚੋਂ 5ਵਾਂ ਪਦਾ ਗਾਇਨ ਕੀਤਾ। ਟੋਟਲ 6 ਪਦਿਆਂ ਦੀ ਇਹ ਬਾਣੀ ਹੈ ਔਰ ਆਪਣੇ ਆਪ ਵਿੱਚ ਇੱਕ ਪੂਰੀ ਬਾਣੀ ਹੈ। ਔਰ ਇਸ ਦੇ ਅਖੀਰ 'ਤੇ ਜਿੱਥੇ 6 ਪਦੇ ਫਿਨਿਸ਼ ਹੁੰਦੇ ਹਨ, ਉੱਥੇ 6 ਤੋਂ ਬਾਅਦ 1 ਲਿਖਿਆ ਹੋਇਆ ਹੈ। ਇਹ ਕੰਪਲੀਟ ਸਮੁੱਚੀ ਆਪਣੇ ਆਪ ਵਿੱਚ ਇੱਕ ਬਾਣੀ ਹੈ। ਜਦੋਂ ਅਸੀਂ ਸੋਹਿਲਾ ਬਾਣੀ ਦੇ ਅਰਥ ਸਮਝੇ ਸਨ, ਤਾਂ ਪਹਿਲੀ ਗੱਲ ਅਸੀਂ ਇਹ ਵਿਚਾਰੀ ਸੀ ਕਿ ਉਸਨੂੰ ਕੀਰਤਨ ਸੋਹਿਲਾ ਨਹੀਂ ਕਹਿੰਦੇ ਹਨ। ਉਹ ਸਾਡੀ ਜ਼ੁਬਾਨ 'ਤੇ ਗਲਤ ਚੜ੍ਹ ਗਿਆ। ਦਰਅਸਲ ਉਸਨੂੰ ਉਸ ਬਾਣੀ ਦਾ ਨਾਂ ਹੈ ਸੋਹਿਲਾ। ਦੂਜੀ ਗੱਲ ਅਸੀਂ ਇਹ ਵਿਚਾਰੀ ਸੀ ਕਿ ਆਮ ਤੌਰ 'ਤੇ ਸਾਡੀ ਜ਼ੁਬਾਨ 'ਤੇ ਚੜ੍ਹ ਚੁੱਕਾ, ਇਸ ਕਰਕੇ ਅਸੀਂ ਕੋਈ ਬੰਦਾ ਮਰ ਜਾਏ ਜਾਂ ਕਿਸੇ ਬੰਦੇ ਦੇ ਬਾਰੇ ਪਤਾ ਲੱਗੇ ਤਾਂ ਕਹਿੰਦੇ ਆ ਫਲਾਣੇ ਦਾ ਕੀਰਤਨ ਸੋਹਿਲਾ ਪੜ੍ਹ ਦਿਓ, ਮੀਨਸ ਫਲਾਣਾ ਮਰ ਗਿਆ। ਇੱਥੋਂ ਸਾਡਾ ਦਿਮਾਗ ਇਸ ਤਰ੍ਹਾਂ ਕੰਮ ਕਰਨ ਲੱਗਾ ਜਿਸ ਤਰ੍ਹਾਂ ਕਿ ਸੋਹਿਲਾ ਬਾਣੀ ਸ਼ਾਇਦ ਸਿਰਫ ਮਰਨ ਵਾਲੇ ਪ੍ਰਾਣੀ ਵਾਸਤੇ ਹੈ। ਉੱਥੋਂ ਇਹ ਵੀ ਪ੍ਰਥਾ ਸਾਡੀ ਚੱਲ ਪਈ ਕਿ ਜਦੋਂ ਸਾਡਾ ਕੋਈ ਪ੍ਰਾਣੀ ਵਿਛੜ ਜਾਂਦਾ ਹੈ ਤਾਂ ਅਸੀਂ ਸੋਹਿਲਾ ਬਾਣੀ ਦਾ ਪਾਠ ਕਰਦੇ ਹਾਂ, ਜਾਂ ਫਿਰ ਜਦੋਂ ਫਾਈਨਲ ਭੋਗ ਪੈਂਦਾ ਤਾਂ ਰਾਮਕਲੀ ਰਾਗ ਵਿੱਚ ਜਿਹੜੀ ਸੱਦ ਬਾਣੀ ਹੈ ਇਹਦਾ ਪਾਠ ਕਰਦੇ ਹਾਂ। ਅਸੀਂ ਸਭ ਸੋਚ ਰਹੇ ਹੁੰਦੇ ਹਾਂ ਜਦੋਂ ਸੋਹਿਲਾ ਬਾਣੀ ਵਿੱਚ ਆਉਂਦਾ ਦਿਓ ਸੱਜਣ ਅਸੀਸਣੀਆਂ ਜੋ ਹੋਵੇ ਸਾਹਿਬ ਸਿਓ ਮੇਲ, ਤਾਂ ਅਸੀਂ ਉਹਦੇ ਵਿੱਚ ਇਹ ਵੀ ਸੁਣਦੇ ਹਾਂ, ਪੜ੍ਹਦੇ ਹਾਂ, ਰੋਜ਼ ਰਾਤੀ ਵੀ ਸੌਣ ਵੇਲੇ ਪੜ੍ਹਦੇ ਹਾਂ, ਘਰ ਘਰ ਇਹੋ ਪਹੁੰਚਾ ਸੱਦੜੇ ਨਿਤ ਪਵਨ। ਤਾਂ ਅਸੀਂ ਇਹ ਸੋਚ ਰਹੇ ਹੁੰਦੇ ਹਾਂ ਕਿ ਰੱਬ ਜੀ ਵੱਲੋਂ ਰੋਜ਼ ਸੱਦਾ ਆਉਂਦਾ ਅਤੇ ਹਰ ਘਰ ਵਿੱਚ ਜਾਂਦਾ ਤਾਂ ਕਿਸੇ ਨਾ ਕਿਸੇ ਘਰ ਵਿੱਚ ਕੋਈ ਮਰ ਜਾਂਦਾ। ਇਹ ਸਾਡੀ ਸਭ ਦੀ ਆਪਣੀ ਨੋਸ਼ਨ ਕਰਕੇ ਹਜ਼ਾਰਾਂ ਸਾਲਾਂ ਤੋਂ ਬਣੀ ਹੋਈ ਵਿਚਾਰਧਾਰਾ। ਲੇਕਿਨ 10-15 ਸਾਲ ਪਹਿਲਾਂ ਜਦੋਂ ਅਸੀਂ ਲਗਾਤਾਰ 6 ਦਿਨ ਸੋਹਿਲਾ ਬਾਣੀ ਦੇ 5 ਸ਼ਬਦਾਂ ਨੂੰ ਲੜੀਵਾਰ ਸਮਝਿਆ ਤਾਂ ਪਤਾ ਲੱਗਾ ਇਹ ਸੋਹਿਲਾ ਬਾਣੀ ਮਰਨ ਵਾਲੇ ਪ੍ਰਾਣੀ ਬਾਰੇ ਨਹੀਂ ਹੈ। ਅਸੀਂ ਬਹੁਤ ਹੈਰਾਨ ਹੋਏ। ਆਪਣੇ ਆਪ 'ਤੇ ਮੈਨੂੰ ਵੀ ਬੜੀ ਸ਼ਰਮ ਆਈ ਕਿ ਅਸੀਂ ਤਾਂ ਸਮਝਦੇ ਸੀ ਕਿ ਇਹ ਮਰਨ ਵਾਲੇ ਪ੍ਰਾਣੀ ਬਾਰੇ ਹੈ, ਕਿਉਂਕਿ ਪ੍ਰੈਕਟਿਸ ਇੰਝ ਕੀਤੀ ਗਈ ਹੈ ਕਿ ਸਿਰਫ ਮਰਨ ਵਾਲੇ ਬਾਰੇ ਪੜ੍ਹੀ ਜਾਂਦੀ ਹੈ। ਇਤਨਾ ਹੀ ਨਹੀਂ, ਸਾਡੀ ਸ਼ਰਾਫਤ ਦੀ ਹੱਦ, ਮੈਂ ਲਫ਼ਜ਼ ਵਰਤ ਰਿਹਾ, ਸਾਡੀ ਸ਼ਰਾਫਤ ਦੀ ਹੱਦ ਕਿ ਅਸੀਂ ਇਹ ਵਾਲੀ ਆਦਤ ਮਹਿਲਾ ਨੌਵਾਂ ਦੀ ਬਾਣੀ ਦੇ ਨਾਲ ਵੀ ਪਕਾ ਲਈ। ਜਦੋਂ ਕਦੇ ਕਿਸੇ ਦੀ ਕਿੱਥੇ ਡੈਥ ਹੋਏ ਤਾਂ ਅਸੀਂ ਮਹਿਲਾ ਨੌਵਾਂ ਦੀ ਸਿਰਫ ਬਾਣੀ ਪੜ੍ਹਦੇ ਹਾਂ
ਔਰ ਕਦੇ ਕਦਾਈ ਜੇ ਕੋਈ ਗਲਤੀ ਦੇ ਨਾਲ ਉੱਥੇ ਤਾਤੀ ਵਾਹਣ ਲੱਗ ਗਈ, ਅੱਲਾ ਖੁਸ਼ੀਆਂ ਪਾਤਸ਼ਾਹੀਆਂ ਸ਼ਬਦ ਪੜ੍ਹ ਜਾਏ ਤਾਂ ਬਾਅਦ 'ਚੋਂ ਲੋਕੀ ਗੁੱਸਾ ਵੀ ਕਰਦੇ ਨੇ, ਤੁਸੀਂ ਇਹ ਸ਼ਬਦ ਕਿਉਂ ਪੜ੍ਹ ਦਿੱਤਾ, ਕਿਉਂਕਿ ਡੈਥ ਦੇ ਬਾਰੇ ਪ੍ਰੋਗਰਾਮ ਸੀ। ਲੇਕਿਨ ਜਦੋਂ ਕਿਸੇ ਦੇ ਘਰ ਕੋਈ ਖੁਸ਼ੀ ਦਾ ਪ੍ਰੋਗਰਾਮ ਹੋਵੇ, ਖੁਸ਼ੀ ਦਾ ਸਮਾਗਮ ਹੋਵੇ, ਉਸ ਵੇਲੇ ਜਦੋਂ ਕਦੇ ਕੋਈ ਗਲਤੀ ਦੇ ਨਾਲ ਵੀ ਮਹਿਲਾ ਨੋਵਾਂ ਦਾ ਸ਼ਬਦ ਪੜ੍ਹ ਜਾਏ ਤਾਂ ਵੀ ਘਰ ਵਾਲੇ ਗੁੱਸੇ ਹੁੰਦੇ ਨੇ ਕਿ ਤੁਸੀਂ ਇਹ ਕਿਹੜੀ ਬਾਣੀ ਪੜ੍ਹ ਦਿੱਤੀ, ਉਦਾਸੀਨ ਬਾਣੀ ਪੜ੍ਹ ਦਿੱਤੀ, ਵਿਰਾਗਮਈ ਬਾਣੀ ਪੜ੍ਹ ਦਿੱਤੀ। ਸਾਧ ਸੰਗਤ ਜੀ, ਮੈਂ ਬਹੁਤ ਨਮਰਤਾ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਇਹ ਬੇਨਤੀਆਂ ਸਾਂਝ ਕਰ ਰਿਹਾ ਸਾਡੀਆਂ ਆਦਤਾਂ ਦੀ, ਕਿ ਅਸੀਂ ਪਤਾ ਨਹੀਂ ਸਾਨੂੰ ਕਿਸ ਨੇ ਹੱਕ ਦਿੱਤਾ ਕਿ ਅਸੀਂ ਮਹਿਲਾ ਨੋਵਾਂ ਦੀ ਬਾਣੀ ਨੂੰ ਸਿਰਫ ਡੈਥ ਵਾਸਤੇ ਰੱਖ ਲਿਆ, ਇਹਦਾ ਨਾਂ ਉਦਾਸੀਨ ਬਾਣੀ ਰੱਖ ਦਿੱਤਾ। ਸੋਹਿਲਾ ਬਾਣੀ ਦੇ ਨਾਲ ਵੀ ਅਸੀਂ ਇੰਝ ਹੀ ਕੀਤਾ। ਤਾਂ ਸਾਡੀ ਆਦਤ ਬਣ ਗਈ ਕਿ ਕਿਸ ਵੇਲੇ ਕਿਹੜੇ ਸ਼ਬਦ ਪੜ੍ਹੇ ਜਾਂਦੇ ਨੇ। ਅਸੀਂ ਗੁਰੂ ਪਾਤਸ਼ਾਹ ਜੀ ਦੀ ਜਿਹੜੀ ਬਾਣੀ, ਜਿਹਦਾ ਨਾਂ ਹੈ ਇੱਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ, ਜਿਸ ਨੂੰ ਅਸੀਂ ਕਹਿੰਦੇ ਆ ਬਾਣੀ ਗੁਰੂ, ਗੁਰੂ ਹੈ ਬਾਣੀ, ਸਾਨੂੰ ਇਸ ਨੂੰ ਅਲੱਗ-ਅਲੱਗ ਗਰੁੱਪਿਜ਼ਮ ਵਿੱਚ ਕਰਨ ਦੀ ਆਦਤ ਪਤਾ ਨਹੀਂ ਕਿਸਨੇ, ਹੱਕ ਪਤਾ ਨਹੀਂ ਕਿਸਨੇ ਦੇ ਦਿੱਤਾ। ਇਸੇ ਕਾਰਨ किसी बीबी जी ने इस्त्री सत्संग विच किसी दे घर देव सज्जन असीसड़ियाँ शब्द पढ़ दिता, और जदों पढ़िया गया तो शायद 12:30 या दोपहर का 1 वजिया सी, और उन्हां दे घर 5 वजे सुनिया आया उन्हां दे भरा दी किधरे डैथ हो गई है। उन्होंने वो बीबी जी नूं कॉल करके कहा, तैनूं किन्ने कहा सी कि तू मेरे घर सोहले का शब्द पढ़ के जा, मेरे भरा की डैथ हो गई है। दैट मीनस असी ये भी समझते हाँ कि जेकर खुशी का प्रोग्राम है वो सोहला बाणी जिसनों मत्था टेकते हैं, जिसनों गुरु पातशाह समझ के मत्था टेकते हैं। इतनी साड़ी मानसिकता गिर चुकी है कि असी बाणी नूं भी डिस्क्रिमिनेट करन लग पे हाँ, जिस दे कारण साडा करैक्टर उच्चा नहीं हो पा रहा, जिस दे कारण साडे आचरण विच रूहानियत, स्पिरिचुअलिटी, धार्मिकता प्रैक्टिस नहीं हो पा रही साडे सुभाਅ 'ਚ। सोहिला बाणी नूं जदों 6 दिन लगातार पढ़िया तो विचारन तो बाद पता लगा ये बाणी रब्बी मिलन की अवस्था बारे बाणी है। ए मनुख तू अज जींदे जी वननेस विद गॉड नूं किवें अवस्था प्राप्त कर सकता है। सोहिला बाणी उस दे वास्ते है जदों असी उसनूं पढ़िया, विचारिया। वो सारी डिटेल्ड बार पुस्तक भी है, रब्बी मिलन की बाणी, महला नोवां की बाणी पुस्तक, अते 2 CDs या पेन ड्राइव के अंदर डिटेल 6 दिनों की विचार। इस तो बाद महला नोवां नूं असीं 15 दिन महला नोवां दे 57 श्लोकां नूं विचारिया। पश्चिम बिहार के प्रबंधकों ने उद्यम किया सी, सानूं इस तरह समा दिता ते असीं उत्थे विचारिया। 57 दे 57 श्लोक उदासीन बारे और विरागमई बारे कुछ नहीं कह रहे ने। 57 दे 57 श्लोकां चों भी यही अर्थ, यही भावर्थ निकल के आए, नॉट बाई माई इंटरप्रटेशन, बल्कि बाणी नूं विचारन तो बाद पता लगा कि ये बाणी भी जींदे जी रब्बी इकमिकता की बाणी है, रब्बी इकमिकता की अवस्था प्राप्त करने वास्ते बाणी है। तो साध संगत जी, मैं बड़ा विस्मादत हो रहा बाणी नूं पढ़ के और देख के हैरान हो रहा कि हिस्टरी तो इलावा जदों असी रामकली सद की विचार सांझ करांगे तो इस सद का मतलब वो सद्दा नहीं है जिहदे कोई किसी नूं डैथ हो जाए तो रब जी बुला लेंदे ने भी तू मर गया तू हुण आ जा। सद्दा इज़ नॉट इनविटेशन मैसेज, रादर सद्दा इज़ सतगुर दा सद्दा, सुनेहा, सुनेहा कि जेकर तू इस तरह टुरे तो तैनूं रब जी नाल अज इकमिकता प्राप्त हो सकती है। पर इस तरह होवे किस तरह, ये वाली विचारां इंज किस तरह होण।
मैं धन्नवादी हाँ प्रबंधक सज्जनों का ਜਿਹੜੇ ਸਾਨੂੰ ਚਾਂਸ ਦਿੰਦੇ ਕਿ ਵੀ ਤੁਸੀਂ ਬਾਣੀ ਦੀ ਖੁੱਲ੍ਹ ਕੇ ਵਿਚਾਰ ਕਰੋ। ਔਰ ਸੰਗਤਾਂ ਦਾ ਧੰਨਵਾਦੀ ਹਾਂ ਜਿਹੜੀਆਂ ਸੰਗਤਾਂ ਵਿਚਾਰ ਸੁਣਨਾ ਚਾਹੁੰਦੀਆਂ ਨੇ, ਵਿਚਾਰ ਕਰਨਾ ਚਾਹੁੰਦੀਆਂ ਨੇ। ਮੈਂ ਇਸ ਕਪੈਸਿਟੀ 'ਚ ਨਹੀਂ ਹਾਂ ਕਿ ਮੈਂ ਤੁਹਾਨੂੰ ਕੋਈ ਗਿਆਨ ਦਿਆਂ, ਕਿਉਂਕਿ ਮੈਂ ਵੀ ਤੁਹਾਡੇ ਨਾਲ ਰਲ ਕੇ ਇੱਥੇ ਹੀ ਇਸੇ ਗੁਰਦੁਆਰੇ 'ਚ ਹੱਥ ਵਿੱਚ ਪੋਥੀ ਪਕੜ ਕੇ ਸਿੱਖਣ ਹੀ ਆਂਦਾ ਹਾਂ, ਆਂਦਾ ਸੀ ਬਚਪਨ ਤੋਂ, ਅੱਜ ਤੱਕ ਸਿੱਖ ਰਹੇ ਹਾਂ। ਪਰ ਜਦੋਂ ਬਾਣੀ ਨੂੰ ਅਸੀਂ ਆਪਣੇ ਤੇ ਟੁਕਾ ਕੇ ਪੜ੍ਹਨਾ ਸ਼ੁਰੂ ਕਰ ਦੇਣਾ, ਸਾਧ ਸੰਗਤ ਜੀ, ਜੀਵਨ ਬਦਲਣਾ ਸ਼ੁਰੂ ਹੋ ਜਾਂਦਾ ਹੈ। ਜਦੋਂ ਤੱਕ ਹਿਸਟਰੀ ਨਾਲ ਜੋੜ ਕੇ ਪੜ੍ਹਦੇ ਹਾਂ ਤਾਂ ਅਸੀਂ ਥਰਡ ਪਰਸਨ ਬਣ ਕੇ ਗੁਰੂ ਸਾਹਿਬ ਵੇਲੇ ਇੰਝ ਹੋਇਆ ਸੀ ਔਰ ਇੰਝ ਫਲਾਣੇ ਵੇਲੇ ਫਲਾਣੇ ਨੇ ਕੀਤਾ ਸੀ, ਉਹਨਾਂ ਨੇ ਇੰਝ ਕੀਤਾ ਸੀ, ਉਹਨਾਂ ਦੇ ਟੱਬਰ ਨੇ ਇੰਝ ਕੀਤਾ ਸੀ। ਇਹ ਗੱਲ ਸੁਣ ਕੇ ਅਸੀਂ ਘਰ ਚਲੇ ਜਾਂਦੇ ਹਾਂ। ਸਾਨੂੰ ਆਪਣੇ ਤੇ ਰਿਲੇਟ ਕਰਨ ਵਾਸਤੇ, ਆਪਣੇ ਆਪ ਨੂੰ ਰੈਫਰ ਕਰਨ ਵਾਸਤੇ ਬਾਣੀ ਕਿ ਮੈਨੂੰ ਕੀ ਕਹਿੰਦੀ ਪਈ ਹੈ, ਉਸ ਦੀ ਜਾਂਚ ਆਉਂਦੀ ਹੀ ਨਹੀਂ ਹੈ। ਜਦ ਕਿ ਜਪਜੀ ਸਾਹਿਬ ਜਦੋਂ ਅਸੀਂ ਵਿਚਾਰਿਆ ਸੀ ਤਾਂ ਜਪਜੀ ਸਾਹਿਬ ਵਿੱਚ ਅਸੀਂ ਪੜ੍ਹਿਆ ਕਿ ਪੁੱਛਦੇ ਨੇ ਕਿਵ ਸਚਿਆਰਾ ਹੋਈ ਹੈ ਕਿ ਕੂੜਾ ਟੁੱਟੈ ਪਾਲ, ਤਾਂ ਸਚਿਆਰਾ ਮੈਂ ਹੋਣਾ ਹੈ ਨਾ, ਮੇਰੇ ਬਾਰੇ ਗੱਲ ਚੱਲ ਰਹੀ ਹੈ ਨਾ। ਤਾਂ ਜੇ ਬਾਣੀ ਕਹਿ ਰਹੀ ਹੈ ਮਨ ਮੇਰੇ ਸਤਿਗੁਰ ਕੇ ਭਾਣੇ ਚੱਲ, ਤਾਂ ਵੀ ਮੇਰੇ ਮਨ ਬਾਰੇ ਚੱਲ ਰਹੀ ਹੈ। ਪਰ ਜੇ ਮੇਰਾ ਮਨ ਠੀਕ ਨਹੀਂ ਹੈ ਤਾਂ ਬਾਣੀ ਕਹਿ ਰਹੀ ਹੈ ਸੁਣ ਮਨ ਅੰਧੇ ਕੁੱਤੇ ਕੂੜਿਆਰ, ਤਾਂ ਵੀ ਸ਼ਾਇਦ ਮੇਰੇ ਮਨ ਨੂੰ ਹੀ ਕਿਹਾ ਹੈ, ਜਾਂ ਵਾਕਈ ਮੇਰੇ ਮਨ ਨੂੰ ਕਿਹਾ ਹੈ। ਜਦੋਂ ਵਿਚਾਰਿਆ ਤਾਂ ਪਤਾ ਲੱਗਾ ਸ਼ਾਇਦ ਨਹੀਂ ਹੈ, ਮੇਰੇ ਹੀ ਮਨ ਨੂੰ ਕਿਹਾ ਹੈ। ਇਹਦਾ ਮਤਲਬ ਬਾਣੀ ਸਾਰੀ ਦੀ ਸਾਰੀ ਫਸਟ ਪਰਸਨ ਦੀ ਲੈਂਗੁਏਜ ਵਿੱਚ ਕਿਵੇਂ ਸਮਝੀਏ। ਜੇਕਰ ਕਾਹੇ ਪੂ ਝਗੜਤ ਹੋ ਸੰਗ ਬਾਪ, ਅਸੀਂ ਸ਼ਬਦ ਵਿਚਾਰੀਏ ਔਰ ਸੋਚੀਏ ਗੁਰੂ ਸਾਹਿਬ ਦੀ ਬੇਟੇ ਦੇ ਨਾਲ ਆਪਸ ਵਿੱਚ ਜਿਹੜੀ ਤਕਰਾਰ ਹੈ ਉਸ ਦੇ ਬਾਰੇ ਗੱਲ ਚੱਲ ਰਹੀ ਹੈ, ਫਿਰ ਅਸੀਂ ਆਪਣੇ ਆਪ ਦੇ ਨਾਲ ਨਹੀਂ ਟੁਕਾ ਸਕਦੇ ਹਾਂ। ਪਰ ਜਿਉਂ ਹੀ ਕਾਹੇ ਪੂ ਝਗੜਤ ਹੋ ਸੰਗ ਬਾਪ ਬਾਣੀ ਦੇ ਸੰਦਰਭ ਵਿੱਚ, ਬਾਣੀ ਦੇ ਕੰਟੈਕਸਟ ਵਿੱਚ, ਬਾਣੀ ਦੀ ਬਣਤਰ ਦੇ ਇੰਟਰਨਲ ਲੌਜਿਕ ਦੇ ਮੁਤਾਬਕ ਜਦੋਂ ਅਸੀਂ ਸਮਝਿਆ ਤਾਂ ਪਤਾ ਲੱਗਾ ਇਹ ਮੇਰੇ ਮਨ ਦੀ ਅਵਸਥਾ ਦੀ ਗੱਲ ਚੱਲ ਰਹੀ ਹੈ। ਸਾਰੀ ਦੁਨੀਆ ਵਿੱਚ ਗੁਰਬਾਣੀ ਮੁਤਾਬਕ ਪਿਤਾ ਕਹਿੰਦੇ ਹਨ ਸੰਤੋਖ ਨੂੰ, ਮਾਤਾ ਮਤ ਪਿਤਾ ਸੰਤੋਖ, ਸੰਤੋਖ ਨੂੰ ਪਿਤਾ ਕਹਿੰਦੇ ਹਨ। ਜਿਸ ਦਿਨ ਜੋ ਇਨਸਾਨ ਸੰਤੋਖ ਪਿਤਾ ਪ੍ਰਾਪਤ ਕਰਦਾ ਹੈ ਉਹ ਕੰਟੈਂਟਿਡ ਹੋ ਜਾਂਦਾ ਹੈ। ਪਰ ਜੇ ਉਹ ਡਿਸਕੰਟੈਂਟਿਡ ਹੈ, ਇਹਦਾ ਮਤਲਬ ਮਾਨੋ ਉਸ ਦੀ ਆਪਣੇ ਪਿਤਾ, ਮਾਨੋ ਸੰਤੋਖ ਨਾਲ ਉਹਦੀ ਲੜਾਈ ਹੈ। ਜਿਤਨੀ ਮੇਰੀ ਸੰਤੋਖ ਪਿਤਾ ਦੇ ਨਾਲ ਲੜਾਈ ਹੋਏਗੀ ਉਤਨਾ ਮੈਂ ਡਿਸਕੰਟੈਂਟਿਡ ਹੋਵਾਂਗਾ, ਉਤਨਾ ਮੈਂ ਤ੍ਰਿਸ਼ਨਾਲੂ ਹੋਵਾਂਗਾ, ਉਤਨਾ ਮੈਂ ਪਦਾਰਥਵਾਦ, ਮੈਟੀਰੀਅਲ ਵਰਲਡ ਦਾ ਹਿਪਨੋਟਾਈਜ਼ਡ ਪਰਸਨ ਹੋਵਾਂਗਾ, ਮੈਂ ਮੁਥਾਜ ਹੋਵਾਂਗਾ ਪਦਾਰਥਵਾਦ ਦਾ। ਮੈਨੂੰ ਸਮਝ ਨਹੀਂ ਆਏਗੀ ਕਿ ਰਾਮ ਜਪੋ ਜੀ ਐਸੇ ਐਸੇ ਧਰੂ ਪ੍ਰਹਲਾਦ ਜਪਿਓ ਹਰ ਜੈਸੇ, ਉਹ ਕਿਸ ਤਰ੍ਹਾਂ ਹੋਇਆ ਸੀ। ਮੈਨੂੰ ਇਹ ਗੱਲ ਸਮਝ ਨਹੀਂ ਆਏਗੀ ਉਹ ਧਰੂ ਪ੍ਰਹਲਾਦ ਜਪਿਓ ਹਰ ਜੈਸੇ ਉਹ ਟਰਮ ਗੁਰਬਾਣੀ ਵਿੱਚ ਕਿਸ ਪੱਖੋਂ ਆਈ ਹੈ। ਜੇ ਮੈਂ ਸੰਤੋਖੀ ਨਹੀਂ ਹਾਂ ਤਾਂ ਸ਼ੋਰ ਸ਼ਾਰਟ ਮੈਂ ਦਇਆ ਵਾਲਾ ਇਨਸਾਨ, ਕਾइंड हार्ट ਇਨਸਾਨ ਨਹੀਂ ਬਣ ਸਕਦਾ, ਕਿਉਂਕਿ ਬਾਣੀ ਜਪਜੀ ਸਾਹਿਬ ਕਹਿੰਦੇ ਨੇ ਧੌਲ ਧਰਮ ਦਇਆ ਕਾ ਪੂਤ, ਸੰਤੋਖ ਥਾਪ ਰੱਖਿਆ ਜਿਨ ਸੂਤ। ਇਹਦਾ ਮਤਲਬ ਮੇਰੇ ਅੰਦਰ ਦਇਆ ਵੀ ਨਹੀਂ ਹੋਏਗੀ। ਤੇ ਜੇ ਦਇਆ ਨਹੀਂ ਹੋਏਗੀ ਔਰ ਸੰਤੋਖ ਨਹੀਂ ਹੋਏਗੀ, ਮੇਰੀ ਅੰਦਰ ਜਿਹੜੀ ਕਸ਼ਮਕਸ਼ ਰਹੇਗੀ, ਉਸ ਕਸ਼ਮਕਸ਼ ਦੀ ਅਵਸਥਾ ਨੂੰ ਕਾਹੇ ਪੂਤ ਮੇਰੇ ਮਨ, ਪੂਤ ਓਏ ਪੁੱਤਰ ਮੇਰੇ ਮਨ, ਝਗੜਤ ਹੋ ਸੰਗ ਬਾਪ, ਸੰਤੋਖ ਦੇ ਨਾਲ ਕਿਉਂ ਲੜਦਾ ਹੈ। ਔਰ ਜੇ ਅਸੀਂ ਸੰਤੋਖੀ ਨਹੀਂ ਹਾਂ ਤਾਂ ਸਾਡਾ ਸਮਾਜ ਠੀਕ ਨਹੀਂ ਹੋ ਸਕਦਾ। ਇਹੋ ਕਾਰਨ ਹੈ ਕਿ ਅਸੀਂ ਦਾਜ ਪ੍ਰਥਾ ਦੇ ਸ਼ਿਕਾਰ ਹਾਂ। ਜੇ ਦਾਜ ਪ੍ਰਥਾ ਤੋਂ ਛੁੱਟਣਾ ਹੈ ਤਾਂ ਸੰਤੋਖੀ ਮੱਤ ਪਹਿਲਾਂ ਸਿੱਖਣੀ ਪਏਗੀ, ਸੰਤੋਖੀ ਬਿਹੇਵੀਅਰ ਸਿੱਖਣਾ ਪਏਗਾ। ਸਾਧ ਸੰਗਤ ਜੀ, ਇਤਨੇ ਸਿੰਪਲ ਟਿਪਸ ਨੇ ਗੁਰਬਾਣੀ ਦੇ, ਇਤਨੇ ਸਿੰਪਲੀ ਗੁਰਬਾਣੀ ਸਾਨੂੰ ਆਈਡੀਅਲ ਜੀਵਨ ਸਿਖਾਉਂਦੀ ਹੈ। ਔਰ ਸਿਰਫ ਮੇਰਾ ਆਈਡੀਅਲ ਜੀਵਨ ਠੀਕ ਨਹੀਂ ਕਰਦੀ ਹੈ, ਮੇਰੇ ਕਾਰਨ ਮੇਰੇ ਆਸ-ਪਾਸ ਦਾ ਆਈਡੀਅਲ ਜੀਵਨ ਠੀਕ ਹੁੰਦਾ ਹੈ ਔਰ ਮੇਰੇ ਕਾਰਨ ਸਮਾਜ ਦੇ ਅੰਦਰ ਆਈਡੀਅਲ ਪ੍ਰੈਕਟਿਸਿਸ ਸ਼ੁਰੂ ਹੁੰਦੀਆਂ। ਇਹਦਾ ਮਤਲਬ ਚੈਰਿਟੀ ਬਿਗਨਸ ਐਟ ਹੋਮ, ਪਹਿਲਾਂ ਮੇਰੇ ਤੋਂ ਸ਼ੁਰੂ ਹੋਏਗੀ ਤਾਂ ਫਿਰ ਸਮਾਜ ਠੀਕ ਹੋਏਗਾ। ਸੋ ਬਾਣੀ ਸਾਨੂੰ ਸਿਰਫ ਮੈਨੂੰ ਆਪਣੇ ਆਪ ਨੂੰ ਫਿਕਸਅਪ ਕਰਨ ਤੱਕ ਨਹੀਂ ਰੱਖਦੀ ਹੈ, ਮੇਰੇ ਸਮਾਜ ਨੂੰ ਵੀ ਫਿਕਸਅਪ ਕਰਦੀ ਹੈ। ਔਰ ਸਮਾਜ ਐਟ ਲਾਰਜ ਦੁਨੀਆ ਬਣਦਾ ਹੈ, ਸਮਾਜ ਐਟ ਲਾਰਜ ਵਰਲਡ ਬਣਦਾ ਹੈ।
ਇਫ ਯੂ ਵਾਂਟ ਟੂ ਫਿਕਸ ਅਪ ਦਿਸ ਵਰਲਡ ਦੈਨ ਮੈਨੂੰ ਸੋਚਣਾ ਪਏਗਾ ਬਾਣੀ ਦਾ ਮਕਸਦ ਹੈ ਭੁਪਿੰਦਰ ਸਿੰਘ ਆਪ ਸਵਾਰ ਹੈ, मैं मिलिया सुख होए, जे तू मेरा होए रहे सब जग तेरा होए। सो तैनू खेड अपने तो शुरू करनी पएगी। तुसी कदी पार्टिसिपेट किया कि नहीं किया? मैं बचपन ही करता हुंदा सी बड़े चाह दे नाल। नगर कीर्तन ते गए, आप सवारे दा ते मैनू कोई सुनिया ही नहीं मिलिया। नगर कीर्तन ही मैनू जलेबियाँ मिलिया, लड्डू पकौड़े मिले, पीज़ा मिलिया, बादाम मिले, दूध छुआरे मिले, बड़ा कुछ मिलिया, पर आप सवारे बारे मैंने कोई सुनिया ही नहीं मिलिया। तो मन समझ आई नगर कीर्तन इज़ नॉट पार्ट एंड पार्सल ऑफ गुरमत, एट द सेम टाइम इट डज नॉट एलिवेट माई करैक्टर। ये गल वखरी है, साडी प्रैक्टिस शुरू हो चुकी है, उन कोई रोक नहीं सकता। इसी तरीके दे नाल जदों असी अपने ते टुका के जिस बाणी का नाम रखा गया बाबर बाणी, उहदे 4 शब्दां नूं पढ़िया ते जदों उहदे तिलक राग दे पहले शब्द नूं पढ़िया जिथों गल शुरू होंदी है, या कर्ज गुफ्तम पेश तो दरगोश कुन करतार, तो असी वो शब्दां नूं पढ़ना शुरू किया। तो वो सारे दे सारे शब्द मैनू कुछ सिखा रहे सन, रिगार्डलैस हिस्टरी। असी जिहड़ा बाबर बाणी का इतिहास है उन्होंने स्कूलों कालजां भी पढ़ाया जाता है, और असी सारे भी जानते हैं लेटेस्ट इतिहास है, कोई मिथिहास नहीं है। पर गुरु नानक पातशाह ने बाबर बाणी के शब्दों को उचार के, बाबर बाणी के शब्द उस इतिहास को विचार के गुरु ग्रंथ साहब के अंदर दर्ज किया। तो अज मैं सोचदा कि शब्द क्योंकि गुरु ग्रंथ साहब ही दर्ज हो गया है, क्योंकि सारी गुरु ग्रंथ साहब नूं मैं गुरु समझ के मत्था टेकदा, इहदा मतलब ये शब्द अज मैनू कुछ सिखा रहे हैं। जिवें कि असी रल के उसनूं पढ़िया सी और विचारिया सी। श्रम धर्म जो छप खलोए, शर्म धर्म दोए छप खलोए, कूड़ फिरे प्रधान विलालो, कूड़ फिरे प्रधान विलालो, पाप की जंजले काबल उठाया, जोरी मंगे दान विलालो, जोरी मंगे दान विलालो। पाप की जंज असी बहुत बारी विचार चुके हैं। आज मैं टूक मात्र अपने सबजैक्ट के अंदर एंटर करने वास्ते प्रीफेस विच तुहाडे नाल गल्लां साझ कर रहा। जदों मैं सच दे उत्ते मेहनत ना करा, एक तो इतिहास उस वेले वापरिया सी, लेकिन अज की डेट ये बाणी गुरु ग्रंथ साहब ही दर्ज है। गुरु साहब का गुरु ग्रंथ साहब के अंदर इस बाणी नूं दर्ज करन दा मकसद कि आने वाली सदियां तक जदों मनुख इहनूं पढ़े तो अपने ते टुका सके। जदों मैं सच सुन के उहदे ते शर्म नहीं करता, तां धर्म अते शर्म दोनों मेरे फेड हो जाते हैं, छुप जाते हैं, पिछे रह जाते हैं। सैकेंडरी इशू रह जाता मेरे वास्ते, प्राइमरी इशू नहीं रहिंदा कि मैं बदलना है। शर्म धर्म दोए छप खलोए। असी पढ़ रहे हैं बाबर बाणी, असी हिस्टरी का वो वाला शब्द पढ़ रहे हैं जिहड़ी हिस्टरी रीयल वापरी सी 14-15 सेंचुरी अंदर। पर गुरु साहब की ग्रेटनेस देखो कि उस हिस्टरी नूं भी किस ढंग नाल उन्होंने पाया कि जदों फर्स्ट परसन की लैंगुएज मैं उन्होंने पढ़न लगदा तो मैनू की कहते हैं, शर्म धर्म दोए छप खलोए, कूड़ फिरे प्रधान वे ला लो। मेरा थॉटफुल जी मेरी थॉट प्रोसैस है ना वो डिसीटफुल हो जाता है, कूड़ा हो जाता है, मैलाइन हो जाता है। सारी प्रधानता मेरी अगवाई मेरा गाइड हो जाता है कूड़।
ਜਿਸ ਨੂੰ ਅਸੀਂ ਆਮ ਤੌਰ 'ਤੇ ਬਾਰ-ਬਾਰ ਕਹਿੰਦੇ ਹਾਂ ਡੀਮਨ ਥਾਟਸ, ਜੰਮਾਂ ਵਾਲੀ ਮੱਤ। ਫਿਰ ਕੀ ਹੁੰਦਾ, ਪਾਪ ਕੀ ਜੰਝ ਲੈ ਕਾਬਲ ਉਤਾਇਆ, ਉਹ ਫੁੱਲੀ ਐਕਵਿਪਡ ਆਪਣੀ ਪੂਰੀ ਜੰਝ ਲੈ ਕੇ ਜੰਮ ਆਉਂਦਾ, ਜ਼ੋਰੀ ਮੰਗੇ ਦਾਨ ਵੇ ਲਾ ਲੂ, ਮੇਰੇ ਕੋਲੋਂ ਜ਼ਬਰਦਸਤੀ ਮੇਰੇ ਚੰਗੇ ਚੰਗੇ ਗੁਣ ਮੰਗਦਾ ਹੈ, ਮੇਰੇ ਕੋਲੋਂ ਖੋ ਲੈਂਦਾ ਹੈ। ਫਰਜ਼ ਕਰੋ ਕਿਸੇ ਵੀ ਇਨਸਾਨ ਨੇ, ਇਸਨੇ ਮੈਨੂੰ ਕੁਛ ਕਿਹਾ, ਜੇ ਮੇਰੇ ਕੋਲ ਨਮਰਤਾ ਹੈ, ਇਹ ਮੇਰਾ ਚੰਗਾ ਗੁਣ ਹੈ ਜੇਕਰ, ਪਰ ਜੰਮ ਨੇ ਜੇ ਮੈਨੂੰ ਲੁੱਟਿਆ, ਸ੍ਰੀ ਰਾਮਨਾਮਾ ਉਚਰ ਮਨਾ ਅੱਗੇ ਜੰਮ ਦਲ ਬਿਖਮ ਕਰਨਾ, ਹਰ ਵੇਲੇ ਜੰਮ ਚਾਰੋਂ ਪਾਸੇ, ਸਰਵਰ ਪੰਖੀ ਏਕੜੋ ਫਾਈ ਵਾਲ 50, ਚਾਰੋਂ ਪਾਸੇ ਸਾਡੇ ਜੰਮ ਨੇ। ਜੰਮ ਮੀਨਸ ਮੈਂ ਕਿਸ ਤਰ੍ਹਾਂ ਨੈਗੇਟਿਵ ਪਿਕਅਪ ਕਰਦਾ। ਜੰਮ ਨੇ ਮੇਰੇ ਕੋਲ ਮੇਰਾ ਨਮਰਤਾ ਦਾ ਸੁਭਾਅ ਖੋਹ ਲਿਆ, ਜ਼ੋਰੀ ਮੰਗੇ ਦਾਨ ਵੇ ਲਾ ਲਓ, ਮੇਰੇ ਚੰਗੇ ਚੰਗੇ ਗੁਣਾਂ 'ਚੋਂ ਨਮਰਤਾ ਵੀ ਖੋਹ ਲਈ, ਮੈਂ ਐਰੋਗੈਂਟ ਹੋ ਗਿਆ, ਮੈਂ ਹੰਕਾਰੀ ਹੋ ਗਿਆ। ਦੂਜੇ ਨੰਬਰ 'ਤੇ ਮੇਰੇ ਕੋਲ ਮੇਰੀ ਜ਼ਬਾਨ ਦਾ ਮਿਠਾਸ ਖੋਹ ਲਈ, ਮੈਂ ਕੌੜੇ ਬੋਲ ਵੀ ਬੋਲਾਂਗਾ, ਮੈਂ ਗਾਲ ਵੀ ਕੱਢਾਂਗਾ, ਔਰ ਮੈਂ ਹੰਕਾਰ ਦੇ ਨਾਲ ਇਸ ਨੂੰ ਨੀਵਾਂ ਵੀ ਪਾਵਾਂਗਾ। ਇੱਕ ਹੋਰ ਮੇਰਾ ਗੁਣ ਖੋਹ ਲਿਆ ਕਿ ਨਿੰਦਾ ਭਲੀ ਕਿਸੇ ਕੀ ਨਾਈ ਦੇ ਬਦਲੇ ਮੈਂ ਇਹਦੀ ਨਿੰਦਾ ਵੀ ਕਰਾਂਗਾ। ਪੰਜਵਾਂ, ਕਿਸੇ ਦੀ ਇਨਸਲਟ ਨਹੀਂ ਕਰਨੀ ਚਾਹੀਦੀ, ਮੈਂ ਪਬਲਿਕਲੀ ਇਹਦੀ ਇਨਸਲਟ ਵੀ ਕਰਾਂਗਾ। ਇੰਝ ਪੰਜ ਨਹੀਂ, ਮੈਨੀ ਅਵਗੁਣ ਮੈਨੂੰ ਘੇਰ ਲੈਂਦੇ ਨੇ। ਕਦੋਂ, ਜਦੋਂ ਮੈਂ ਸ਼ਰਮ ਨਹੀਂ ਕੀਤਾ ਧਰਮ ਉੱਤੇ। ਸ਼ਰਮ ਧਰਮ ਦੋਏ ਛੱਪ ਖਲੋਏ, ਕੂੜ ਫਿਰੇ ਪ੍ਰਧਾਨ ਵਿਲਾ ਲੋ, ਪਾਪ ਕੀ ਜੰਝ ਲੈ ਕਾਬਲੋ ਤਾਇਆ, ਜ਼ੋਰੀ ਮੰਗੈ ਦਾਨ ਵਿਲਾ ਲੋ। ਸਾਡੇ ਚੰਗੇ ਗੁਣ ਇਸ ਤਰ੍ਹਾਂ ਖੁੱਸ ਜਾਂਦੇ ਨੇ। ਸਾਡੀ ਨਮਰਤਾ, ਸਾਡੀ ਮਿਠਾਸ, ਸਾਡੀ ਧਾਰਮਿਕਤਾ ਵੱਧ ਤੋਂ ਵੱਧ ਤੀਜੇ ਤਲ ਤੱਕ ਹੁੰਦੀ ਹੈ। ਜਿਸ ਤਰ੍ਹਾਂ ਮੈਂ ਇੱਕ ਵਾਰੀ ਐਗਜ਼ਾਮਪਲ ਬਣਾਇਆ ਸੀ, ਕਿਸੇ ਨੇ ਪੁੱਛਿਆ ਤੁਹਾਡਾ ਨਾਂ ਕੀ ਹੈ, ਉਸਨੇ ਕਿਹਾ ਸ਼ੀਤਲ ਦਾਸ। ਕਹਿੰਦਾ ਕੀ ਕਿਹਾ, ਤੁਹਾਡਾ ਕੀ ਨਾਂ ਹੈ? ਕਹਿੰਦਾ ਸ਼ੀਤਲ ਦਾਸ। ਕਹਿੰਦਾ ਮੈਨੂੰ ਜ਼ਰਾ ਸੁਣਾਈ ਨਹੀਂ ਦਿੱਤਾ, ਜ਼ਰਾ ਉੱਚਾ ਬੋਲ। ਕਹਿੰਦਾ ਸ਼ੀਤਲ ਦਾਸ। ਉਹਨੇ ਚੌਥੀ ਵਾਰੀ ਪੁੱਛਿਆ, ਕਹਿੰਦਾ ਤੁਹਾਨੂੰ ਦੱਸਾਂ, ਤੈਨੂੰ ਸਮਝ ਨਹੀਂ ਆ ਰਹੀ, ਮੈਂ ਸ਼ੀਤਲ ਦਾਸ। ਮੇਰੀ ਤੀਜੀ ਪਰਤ 'ਚੋਂ ਸ਼ੀਤਲ ਦਾਸ ਬਾਹਰ ਆ ਗਿਆ। ਬਸ that is the end of our patience। ਮਾਵਾਂ ਪੁੱਛਦੀਆਂ ਸਾਨੂੰ ਕਾਉਂਸਲਿੰਗ ਵੇਲੇ, ਸੈਮੀਨਾਰ ਖਤਮ ਹੋਣ ਤੋਂ ਬਾਅਦ, ਬੱਚਾ ਸ਼ਰਾਰਤਾਂ ਕਰੇ ਨਾ, ਵੀਰ ਜੀ ਕਦੋਂ ਤੱਕ ਮਿਠਾਸ ਪਿਆਰ ਨਾਲ ਬੋਲੀਏ? ਅਤੇ ਮੈਂ ਉਹਨੂੰ ਪੁੱਛਦਾ, ਤੁਸੀਂ ਜਪਜੀ ਸਾਹਿਬ ਪੜ੍ਹਦੇ ਹੋ? ਤਾਂ ਉਹ ਕਹਿੰਦੀ ਹਾਂ। ਤਾਂ ਫਿਰ ਮੈਂ ਉਹਨੂੰ ਪੁੱਛਦਾ, ਜਪਜੀ ਸਾਹਿਬ ਵਿੱਚ ਪੰਕਤੀ ਆਉਂਦੀ ਹੈ, ਭਾਖਿਆ ਭਾਉ ਅਪਾਰ। ਅਪਾਰ ਦਾ ਮਤਲਬ ਹੁੰਦਾ ਅਨਲਿਮਿਟਿਡ, ਐਂਡ ਯੂ ਆਰ ਮਦਰ, ਯੂ ਹੈਵ ਟੂ ਅੰਡਰਸਟੈਂਡ ਵਾਟ ਇਜ਼ ਮਦਰਹੁੱਡ। ਤਾਂ ਮਦਰਹੁੱਡ ਵੀ ਭਾਖਿਆ ਭਾਉ ਅਪਾਰ ਵਾਲੀ ਹੋਏਗੀ, ਤਾਂ ਤੁਹਾਨੂੰ ਅਨਲਿਮਿਟਿਡ ਬੱਚੇ ਦੇ ਅਵਗੁਣ, ਕਿਉਂਕਿ ਬਾਣੀ ਕਹਿੰਦੇ ਸੁਤ ਅਪਰਾਧ ਕਰਤ ਹੈ ਜੇ ਤੇ ਜਨਨੀ ਚੀਤ ਨਾ ਰਾਖਸ ਦੇਤੇ, ਤਾਂ ਤੈਨੂੰ ਨਮਰਤਾ ਨਾਲ ਇਹ ਵੀ ਕਰਨਾ ਪਏਗਾ। ਮਿਠਾਸ ਅਨਲਿਮਿਟਿਡ ਪ੍ਰੈਕਟਿਸ ਕਰਨੀ ਪਏਗੀ, ਜ਼ਬਾਨ ਅਨਲਿਮਿਟਿਡ ਐਂਡ ਤੱਕ ਕਾਬੂ ਰੱਖਣੀ ਪਵੇਗੀ। ਪਰ ਜਿਉਂ ਹੀ ਅਸੀਂ ਦੂਸਰੇ ਦਾ ਚਿਹਰਾ ਵੇਖਦੇ ਹਾਂ, ਦੂਸਰੇ ਦਾ ਬਿਹੇਵੀਅਰ ਦੇਖਦੇ ਹਾਂ, ਸਾਡੇ ਅੰਦਰ ਦੇ ਚੰਗੇ ਗੁਣ ਜਦੋਂ ਖੋਏ ਜਾਂਦੇ, ਇਹਨੂੰ ਕਹਿੰਦੇ ਨੇ ਜ਼ੋਰੀ ਮੰਗੈ ਦਾਨ ਵਿਲਾ ਲੋ, ਚੰਗੇ ਗੁਣ ਖੋਹ ਲਏ ਜਾਂਦੇ ਹਨ, ਔਰ ਅਸੀਂ ਛੇਤੀ ਨਾਲ ਦੇ ਹੀ ਦਿੰਦੇ ਹਾਂ। ਅਸੀਂ ਛੇਤੀ ਛੇਤੀ ਚੰਗੇ ਗੁਣ ਛੱਡ ਦਿੰਦੇ ਹਾਂ। ਰਾਦਰ ਸੰਤ ਨਾ ਛਾੜੈ ਸੰਤ ਹੀ ਜੇ ਕੋਟਕ ਮਿਲੇ, ਅਸੰਤ ਦੀ ਅਵਸਥਾ ਸਾਨੂੰ ਪ੍ਰੈਕਟਿਸ ਕਰਨੀ ਹੈ। ਸੋ ਅੱਜ ਜਦੋਂ ਅਸੀਂ ਰਾਮਕਲੀ ਸਾਧ ਸ਼ੁਰੂ ਕਰਨ ਲੱਗੇ ਹਾਂ, ਤਾਂ ਬਾਬਰ ਬਾਣੀ, ਸੋਇਲਾ, ਮਹਿਲਾ ਨੋਵਾਂ ਦੇ ਜਿਤਨੇ ਮੈਂ ਰੈਫਰੈਂਸ ਦਿੱਤੇ ਨੇ, ਉਹ ਸਿਰਫ ਇਸੀ ਕਰਕੇ ਦਿੱਤੇ ਨੇ ਕਿ ਅਸੀਂ ਰਾਮਕਲੀ ਸਾਧ ਨੂੰ ਵੀ ਆਪਣੇ 'ਤੇ ਟੁਕਾ ਕੇ ਸਮਝਣ ਦਾ ਯਤਨ ਕਰਾਂਗੇ। ਗੁਰੂ ਅਮਰਦਾਸ ਪਾਤਸ਼ਾਹ ਇਸ ਬਾਣੀ ਰਾਹੀਂ ਸਾਨੂੰ ਕੀ ਸਮਝਾਉਣਾ ਚਾਹੁੰਦੇ ਨੇ? ਇਹ ਬਾਣੀ ਦੇ ਬਾਰੇ ਜਿਤਨਾ ਇਤਿਹਾਸ ਹੈ ਉਸ ਨੂੰ ਮੈਂ ਆਪ ਜੀ ਨਾਲ ਸਾਂਝ ਨਹੀਂ ਕਰਾਂਗਾ, ਤੁਸੀਂ ਸਾਰੇ ਜਾਣਦੇ ਹੋ। ਅਸੀਂ ਅੱਜ ਇਸ ਬਾਣੀ ਨੂੰ ਸ਼ੁਰੂ ਕਰ ਰਹੇ ਹਾਂ। ਇਸ ਬਾਣੀ ਨੂੰ ਸ਼ੁਰੂ ਕਰਕੇ ਇਸ ਪੱਖੋਂ ਸ਼ੁਰੂ ਕਰ ਰਹੇ ਹਾਂ, ਇਹ ਮੈਨੂੰ ਕੀ ਸਿਖਾਉਂਦੀ ਹੈ। ਇਨ ਸਪਾਈਟ ਆਫ ਦੈਟ, ਸਰੀਰਕ ਡੈਥ ਤੋਂ ਬਾਅਦ ਕੀ ਕੀ ਕਰਨਾ ਚਾਹੀਦਾ, ਉਹਦੇ ਵਾਸਤੇ ਸਾਡੀ ਰਹਿਤ ਮਰਿਆਦਾ ਬਣੀ ਹੋਈ ਹੈ। ਉਹ ਰਹਿਤ ਮਰਿਆਦਾ ਹਰ ਕਿਸੇ ਕੋਲ ਹੋਣੀ ਚਾਹੀਦੀ ਹੈ ਤਾਂ ਕਿ ਸਾਨੂੰ ਪਤਾ ਹੋਵੇ। ਲੇਕਿਨ ਜਦੋਂ ਕਦੇ ਕਿਸੇ ਦੇ ਘਰ ਡੈਥ ਹੋ ਜਾਂਦੀ ਹੈ ਤਾਂ ਇਨਸਾਨ ਬੜਾ ਦਰਵਿਆ ਹੁੰਦਾ ਹੈ, ਬੜਾ ਉਦਾਸ ਹੁੰਦਾ ਹੈ, ਬੜਾ ਮਾਯੂਸ ਹੁੰਦਾ ਹੈ, ਗੁਰਮਤ ਬਾਰੇ ਕੁਛ ਪਤਾ ਨਹੀਂ ਹੁੰਦਾ। ਇਸ ਕਰਕੇ ਖਾਸ ਤੌਰ 'ਤੇ ਵਿਆਹ ਸ਼ਾਦੀਆਂ
ਔਰ ਡੈਥ ਵੇਲੇ ਸਾਡੇ ਘਰਾਂ ਵਿੱਚ ਉਹ ਕਰਮ ਕਾਂਡ ਔਰ ਉਹ ਪਾਖੰਡ ਹੁੰਦੇ ਨੇ ਜਿਹੜੇ ਅਨਮਤੀਏ ਹੁੰਦੇ ਨੇ, ਗੁਰਮਤ ਨਹੀਂ ਹੁੰਦੇ ਨੇ। ਸਾਡੀ ਹੋਣੀ ਚਾਹੀਦੀ ਹੈ ਪ੍ਰੈਕਟਿਸ ਕਿ ਮੈਨੂੰ ਪਤਾ ਹੋਵੇ ਮੇਰੇ ਘਰ ਜਨਮ ਹੋਏ ਤਾਂ ਕੀ ਕਰਨਾ ਹੈ, ਮੇਰੇ ਘਰ ਕਿਸੇ ਦਾ ਆਨੰਦ ਕਾਰਜ ਹੋਏ ਤਾਂ ਕੀ ਕਰਨਾ ਹੈ, ਮੇਰੇ ਘਰ ਕੋਈ ਚਲਾਣਾ ਕਰ ਜਾਏ ਤਾਂ ਕੀ ਕਰਨਾ ਹੈ, ਅਕੋਰਡਿੰਗ ਟੂ ਗੁਰਮਤ। ਇਸੀ ਕਰਕੇ ਇਹਦੇ ਅੰਦਰ ਜਿਹੜੀਆਂ ਟਰਮਸ ਆਈਆਂ ਨੇ ਉਹ ਟਰਮਸ ਵੀ ਸਾਨੂੰ ਸਮਝਣੀਆਂ ਚਾਹੀਦੀਆਂ ਨੇ। ਸੋ ਅੱਜ ਅਸੀਂ ਰਾਮਕਲੀ ਸੱਧ ਦੇ ਅੰਦਰ ਜਿਹੜੀਆਂ ਟਰਮਸ ਆਉਣਗੀਆਂ ਉਹਨਾਂ ਨੂੰ ਵੀ ਵਿਚਾਰਾਂਗੇ। ਔਰ ਇਸ ਨੂੰ ਵਿਚਾਰਨ ਵੇਲੇ ਜਦੋਂ ਰਾਮਕਲੀ ਸੱਧ ਵਿਚਾਰਦੇ ਹਾਂ ਤਾਂ ਇਹਦੇ ਅੰਦਰ ਜਿਹੜੇ ਟਰਮਸ ਆਉਂਦੀਆਂ ਨੇ ਉਹਨਾਂ ਵਿੱਚ ਪਿੰਡ, ਪੱਤਲ, ਕਿਰਿਆ, ਕੇਸੋ, ਇਸ ਤਰੀਕੇ ਦੇ ਬੜੇ ਸਾਰੇ ਅੱਖਰ ਆਉਂਦੇ ਨੇ ਜਿਨ੍ਹਾਂ ਦਾ ਸਾਨੂੰ ਨਹੀਂ ਪਤਾ ਹੁੰਦਾ। ਤੁਸੀਂ ਸਾਰਿਆਂ ਨੇ ਦੇਖਿਆ ਹੋਣਾ ਜਦੋਂ ਕੋਈ ਚੜ੍ਹਾਈ ਕਰ ਜਾਂਦਾ ਅਤੇ ਉਹਦੇ ਆਸ-ਪਾਸ ਦੇਸੀ ਘਿਓ ਪਾ ਰਹੇ ਹੁੰਦੇ ਨੇ, ਉਹਦੇ ਸਿਰ ਨੂੰ ਫੋੜ ਕੇ ਉੱਥੇ ਦੇਸੀ ਘਿਓ ਪਾਉਂਦੇ ਨੇ, ਹੋਰ ਸਮੱਗਰੀ ਪਾ ਰਹੇ ਹੁੰਦੇ ਨੇ, ਬੜਾ ਕੁਝ ਕਰ ਰਹੇ ਹੁੰਦੇ ਨੇ। ਇਹ ਗੁਰਮਤ ਨਹੀਂ ਹੈ। ਲੇਕਿਨ ਸਾਡਾ ਕਿਉਂਕਿ ਇਸ ਪਾਸੇ ਧਿਆਨ ਨਹੀਂ ਹੈ, ਉਸ ਵੇਲੇ ਅਸੀਂ ਵੇਲਾ ਟਪਾਉਣਾ ਚਾਹੁੰਦੇ ਹਾਂ, ਡੰਗ ਟਪਾਉਣਾ ਚਾਹੁੰਦੇ ਹਾਂ, ਇਸ ਕਰਕੇ ਅਸੀਂ ਆਪਣੇ ਕ੍ਰੀਮੇਸ਼ਨ ਗਰਾਊਂਡ ਹੀ ਨਹੀਂ ਬਣਾਏ। ਕ੍ਰੀਮੇਸ਼ਨ ਗਰਾਊਂਡ ਬਣਾਵਾਂਗੇ ਤਾਂ ਸਾਰਾ ਗੁਰਮਤ ਅਨੁਸਾਰ ਅਸੀਂ ਉੱਥੇ ਕੰਮ ਕਰ ਸਕਾਂਗੇ, ਅਰਦਾਸ ਵੀ ਗੁਰਮਤ ਅਨੁਸਾਰ ਕਰ ਪਾਵਾਂਗੇ, ਔਰ ਪ੍ਰਾਣੀ ਦੇ ਚਲਾਣੇ ਵੇਲੇ ਜੋ ਜੋ ਸਾਨੂੰ ਗੁਰਮਤ ਅਨੁਸਾਰ ਕਿਰਿਆ ਕਰਮ ਕਰਨਾ ਚਾਹੀਦਾ ਉਹ ਵੀ ਸਾਰਾ ਅਸੀਂ ਉਸੇ ਤਰੀਕੇ ਨਾਲ ਕਰਾਂਗੇ। ਸੋ ਇਹ ਸਾਰਾ ਕੁਝ ਸਾਨੂੰ ਰਹਿਤ ਮਰਿਆਦਾ ਦਾ ਕੁਝ ਪਤਾ ਹੋਵੇ ਤਾਂ ਸਾਡੇ ਜੀਵਨ ਵਿੱਚ ਬਦਲਾਹਟ ਆ ਸਕਦੀ ਹੈ। ਔਰ ਉਸ ਵੇਲੇ ਅਸੀਂ ਮਾਯੂਸ ਨਹੀਂ ਹੋਵਾਂਗੇ, ਢਹਿੰਦੀਆਂ ਕਲਾਂ 'ਚ ਨਹੀਂ ਹੋਵਾਂਗੇ। ਸਾਡੇ ਸਾਰੇ ਘਰ ਵਾਲਿਆਂ ਨੂੰ ਪਤਾ ਹੋਏਗੀ ਤਾਂ ਅਸੀਂ ਘਰ ਵਾਲਿਆਂ ਨੂੰ ਵੀ ਨਾਲ ਲੈ ਕੇ ਚੱਲ ਸਕਾਂਗੇ, ਤਾਂ ਕਿ ਘਰ ਵਾਲੇ ਸਾਨੂੰ ਉਤਸ਼ਾਹ ਦੇਣ ਕਿ ਤੂੰ ਗੁਰਮਤ ਅਨੁਸਾਰ ਸਾਰੇ ਕਿਰਿਆ ਕਰਮ ਕਰ, ਮਨਮਤ ਕਰਨ ਦੀ ਬਜਾਏ। ਸਾਡੇ ਅੰਦਰ ਛੂਆ-ਛੂਤ ਵੀ ਬੜੀ ਚਲਦੀ ਹੈ। ਲੋਕੀ ਵਹਿਮ ਕਰਦੇ ਨੇ ਕਿ ਡੈਥ ਹੋ ਗਈ ਹੈ, ਘਰ ਨਹਾ ਕੇ ਜਾਣਾ ਹੈ, ਜਾਂ ਫਲਾਣਾ ਸਿੱਧੇ ਘਰ ਨਹੀਂ ਜਾਣਾ, ਗੁਰਦੁਆਰੇ ਮੱਥਾ ਟੇਕ ਕੇ ਜਾਣਾ ਹੈ, ਜਾਂ ਸਿੱਧੇ ਘਰ ਨਹੀਂ ਜਾਣਾ, ਜਾਂ ਕਿਸ ਤਰੀਕੇ ਨਾਲ ਜਾਣਾ ਹੈ, ਜਾਂ ਉਸ ਨੂੰ ਸਤਿ ਸ੍ਰੀ ਅਕਾਲ ਬੁਲਾਣੀ ਕਿ ਨਹੀਂ ਬੁਲਾਣੀ, ਉਹ ਸਾਡੇ ਘਰ ਆਵੇ ਕਿ ਅਸੀਂ ਉਹਦੇ ਘਰ ਪਹਿਲਾਂ ਅਫਸੋਸ ਬੁਲਾਉਣ ਜਾਈਏ। ਇਸ ਤਰੀਕੇ ਦਾ ਜਿਤਨਾ ਵੀ ਸਮਾਜ ਦੇ ਅੰਦਰ ਮਨ ਮਾਤ ਭਰਮ ਔਰ ਇੱਕ ਦੂਜੇ ਦਾ ਮੂੰਹ ਮਲਾਜਾ ਔਰ ਡਰ ਹੈ, ਉਹ ਸਾਰੀ ਪ੍ਰੈਕਟਿਸ ਸਾਡੀ ਇਸੇ ਕਰਕੇ ਹੁੰਦੀ ਹੈ ਕਿ ਸਾਨੂੰ ਰਾਮਕਲੀ ਸੱਧ ਬਾਰੇ ਔਰ ਸਾਨੂੰ ਗੁਰਬਾਣੀ ਦੇ ਅੰਦਰ ਆਈਆਂ ਟਰਮਸ ਦੇ ਬਾਰੇ ਔਰ ਚਲਾਣਾ ਕਰਨ ਬਾਰੇ, ਪ੍ਰਾਣੀ ਬਾਰੇ ਨਹੀਂ ਪਤਾ। ਵਿਆਹ ਸ਼ਾਦੀ ਦੇ ਬਾਰੇ ਅੱਜ ਮੈਂ ਡਿਸਕਸ ਨਹੀਂ ਕਰ ਰਿਹਾ, ਲੇਕਿਨ ਵਿਆਹ ਸ਼ਾਦੀ 'ਤੇ ਵੀ ਜਿਤਨੀ ਮਨਮਤ ਹੁੰਦੀ ਹੈ ਉਹਦੇ ਬਾਰੇ ਤੁਸੀਂ ਸਾਰੇ ਜਾਣਦੇ ਹੋ। ਆਓ ਰਲ ਕੇ ਇਸ ਬਾਣੀ ਦੇ ਅੰਦਰ ਇੱਕ ਅੱਖਰ ਆਏਗਾ ਪਿੰਡ, ਇੱਕ ਅੱਖਰ ਆਏਗਾ ਪੱਤਲ, ਇੱਕ ਕਿਰਿਆ, ਇੱਕ ਕੇਸੋ। ਪਹਿਲਾਂ ਅਸੀਂ ਪਿੰਡ, ਪੱਤਲ, ਕਿਰਿਆ ਨੂੰ ਸਮਝ ਰਹੇ ਹਾਂ ਗੁਰਮਤ ਅਨੁਸਾਰ ਕੀ ਹੁੰਦਾ ਹੈ। ਜਦੋਂ ਕਦੇ ਕੋਈ ਬੰਦਾ ਮਰ ਜਾਂਦਾ ਹੈ ਤਾਂ ਕੁਝ ਸੱਜਣ ਕੀ ਕਰਦੇ ਨੇ, ਉਹਦੇ ਵਾਸਤੇ ਪਿੰਡ ਭਰਾ ਕੇ ਉਹ ਜੌਂ ਦੇ ਬਣਾ ਕੇ ਪੱਤਲਾਂ ਉੱਤੇ ਰੱਖਦੇ ਨੇ ਔਰ ਉਸ ਦੀ ਕਿਰਿਆ ਕਰਦੇ ਨੇ। ਇਸ ਤਰੀਕੇ ਦੇ ਨਾਲ ਉਹ ਸਾਰਾ ਕੁਝ ਕਰਦੇ ਨੇ। ਗੁਰੂ ਪਾਤਸ਼ਾਹ ਨੇ ਅੱਖਰ ਵਰਤੇ ਨੇ ਬਾਣੀ ਅੰਦਰ, ਇਹ ਕਿਸ ਸੰਦਰਭ ਵਿੱਚ ਆਏ ਨੇ ਅਸੀਂ ਸਮਝਾਂਗੇ। ਪਿੰਡ ਕਹਿੰਦੇ ਹਨ ਗ੍ਰਾਂ ਨੂੰ, ਸਰੀਰ ਨੂੰ, ਭੋਜਨ ਨੂੰ। ਅਸੀਂ ਬਾਣੀ ਪੜ੍ਹ ਰਹੇ ਹਾਂ, ਆਪਣੇ ਵਾਸਤੇ ਪੜ੍ਹ ਰਹੇ ਹਾਂ, ਇਹਦਾ ਮਤਲਬ ਭੋਜਨ ਜਦੋਂ ਇਹਨਾਂ 'ਚੋਂ ਅਰਥ ਲਿਆ ਜਾਏਗਾ ਤਾਂ ਪਿੰਡ ਕਿਹੜੇ ਵਾਲਾ ਮੈਨੂੰ ਪ੍ਰਾਣਾ ਹੈ। ਮੇਰੇ ਘਰ ਦੇ ਅੰਦਰ ਅੱਜ ਕਿਸੇ ਦੀ ਸਰੀਰਕ ਡੈਥ ਹੋਈ ਕਿ ਨਹੀਂ ਹੋਈ, ਹੁਣ ਅਸੀਂ ਐਂਟਰ ਕਰ ਰਹੇ ਹਾਂ ਰਾਮਕਲੀ ਸੱਧ ਦੇ ਅੰਦਰ। ਮੈਨੂੰ ਜੀਂਦੇ ਜੀ ਰੱਬ ਨਾਲ ਇੱਕ ਮਿਕਤਾ ਦੀ ਅਵਸਥਾ ਸਿਖਾ ਰਹੇ ਨੇ। ਇਤਨੀ ਲੰਬੀ ਵਿਚਾਰ ਪ੍ਰੀਫੇਸ ਗਰਾਊਂਡ ਬਣਾਉਣ ਦਾ ਮਕਸਦ ਇਹੀ ਸੀ ਤਾਂ ਕਿ ਅਸੀਂ ਸਮਝ ਸਕੀਏ ਕਿ ਹੁਣ ਤੱਕ ਅਸੀਂ ਜੋ ਸਟੋਰੀ ਸੁਣੀ ਹੋਈ ਸੀ ਜਾਂ ਹੁਣ ਤੱਕ ਅਸੀਂ ਜੋ ਲੋਕਾਂ ਦੀ ਪ੍ਰੈਕਟਿਸ ਦੇਖੀ ਹੋਈ ਸੀ ਉਹਦੇ ਮੁਤਾਬਕ ਕਿਸੇ ਦੇ ਮਰਨ ਤੋਂ ਬਾਅਦ ਕੁਝ ਕਰੀਦਾ ਹੈ। ਪਰ ਗੁਰਬਾਣੀ ਕਹਿੰਦੀ ਪਈ ਹੈ ਸ਼ਬਦ ਮਰੋ ਫਿਰ ਜੀਵੋ ਸਦ ਹੀ, ਤਾਂ ਫਿਰ ਮਰਨ ਨਾ ਹੋਈ। ਅੱਛਾ, ਗੁਰਬਾਣੀ ਮੈਨੂੰ ਜੀਵਤਿਆਂ ਮਰ ਰਹੀ ਹੈ ਸਿਖਾ ਰਹੀ ਹੈ। ਜੀਵਤਿਆਂ ਮਰ ਰਹੀ ਹੈ ਮੁਸ਼ਕਲ ਹੁੰਦਾ ਹੈ। ਜੀਵਤਿਆਂ ਮਰ ਰਹੀ ਹੈ, ਮੈਨੂੰ ਮੇਰੇ ਆਪਣਾ ਨਾਮ, ਮੇਰਾ ਨਾਮ ਭੁਪਿੰਦਰ ਸਿੰਘ ਹੈ, ਇਸ ਆਕੜ ਨੂੰ ਛੱਡਣਾ ਪੈਂਦਾ, ਇਹਨੂੰ ਜੀਵਤਿਆਂ ਮਰ ਰਹੀ ਹੈ ਕਹਿੰਦੇ ਨੇ। ਮੈਂ ਸਿਵਲ ਇੰਜੀਨੀਅਰ ਹਾਂ, ਆਪਣੀ ਇਹ ਡਿਗਰੀ ਉਤਾਰਨੀ ਪੈਂਦੀ ਹੈ, ਇਸ ਨੂੰ ਜੀਵਤਿਆਂ ਮਰ ਰਹੀ ਹੈ ਕਹਿੰਦੇ ਨੇ। ਮੈਂ ਉੱਚੇ ਕਰਦਾ ਹਾਂ, ਜੀਵਤਿਆਂ ਮਰ ਰਹੀ ਹੈ ਇਹਨੂੰ ਕਹਿੰਦੇ ਨੇ। ਮੇਰਾ ਮਾਰਕੀਟ ਦੇ ਅੰਦਰ ਜਿਹੜਾ ਦਬਦਬਾ ਬਣਿਆ ਹੋਇਆ, ਜਿਹੜਾ ਆਪਣਾ ਮੇਰਾ ਰੋਬ ਬਣਿਆ ਹੋਇਆ ਹੈ,
ਉਸ ਆਪਣੇ ਸਾਰੇ ਹੰਕਾਰ ਨੂੰ ਖਤਮ ਕਰਨਾ, ਇਹਨੂੰ ਜੀਵਤਿਆਂ ਮਰ ਰਹੀਏ ਕਹਿੰਦੇ ਨੇ। ਮੇਰੇ ਘਰ ਪੁੱਤਰ ਦਾ ਵਿਆਹ ਹੋਵੇ ਔਰ ਮੈਂ ਆਖਣਾ ਨਾ ਕਿ ਹਮ ਤੋਂ ਲੜਕੇ ਵਾਲੇ ਆ, ਇਹਨੂੰ ਜੀਵਤਿਆਂ ਮਰ ਰਹੀਏ ਕਹਿੰਦੇ ਨੇ। ਮੈਂ ਆਪਣੀ ਇੱਥੇ ਇੱਕ ਜ਼ਾਤ ਲਗਾਈ ਹੋਈ ਹੈ, ਭੁਪਿੰਦਰ ਸਿੰਘ ਪਕੌੜਾ। ਉਹ ਪਕੌੜਾ ਉਤਾਰਨਾ, ਉਹ ਪਕੌੜਾ ਕਾਰਡਾਂ 'ਤੇ ਵੀ ਨਾ ਲਿਖਣਾ, ਉਹ ਪਕੌੜਾ ਗੁਰਦੁਆਰੇ ਵੀ ਅਨਾਊਂਸ ਨਾ ਕਰਾਉਣਾ। ਭੁਪਿੰਦਰ ਸਿੰਘ ਪਕੌੜਾ ਵੱਲੋਂ ਅੱਜ ਹਾਰ ਚੜਾਇਆ ਗਿਆ ਹੈ, ਭੁਪਿੰਦਰ ਸਿੰਘ ਪਕੌੜਾ ਵੱਲੋਂ ਅੱਜ ਪ੍ਰਸ਼ਾਦ ਕਰਾਇਆ ਗਿਆ ਹੈ। ਪਕੌੜਾ ਉਤਾਰਨਾ ਇੱਥੋਂ ਇਸ ਕਾਲਡ ਜੀਵਤਿਆਂ ਮਰ ਰਹੀਏ, ਇਹ ਲੋਕਾਂ ਵਾਸਤੇ ਮੁਸ਼ਕਲ ਹੈ। ਮੈਨੂੰ ਬੜਾ ਬੋਲਣ ਦਾ ਹੰਕਾਰ ਹੈ, ਫਲਾਣੇ ਨੇ ਮੈਨੂੰ 4 ਸੁਣਾਈਆਂ ਔਰ ਇਹਨੇ ਆ ਕੇ ਕਿਹਾ ਵੀਰ ਜੀ ਉਹਨੇ ਤੁਹਾਨੂੰ 4 ਸੁਣਾਈਆਂ, ਤੁਸੀਂ ਅੱਗੋਂ ਕੁਛ ਨਹੀਂ ਬੋਲੇ। ਪਰ ਮੈਂ ਬੋਲਾਂ, ਲੇਕਿਨ ਜੇ ਮੈਂ ਨਾ ਬੋਲਾਂ ਕਿ ਮੈਨੂੰ ਬੜਾ ਬੋਲਣਾ ਆਉਂਦਾ ਹੈ ਔਰ ਮੈਂ ਨम्रता सुन लवां, कोई गल नहीं, तुमने जींदे जी मुझे धरती पे दबा दिया या तुमने जींदे जी 4 बंदों के सामने मेरी बेइज्जती कर दी, तो सो वट, ਇਹਨੂੰ ਜੀਵਤਿਆਂ ਮਰ ਰਹੀਏ ਕਹਿੰਦੇ ਨੇ। ਅਸੀਂ ਇਹ ਸਭ ਕੁਝ ਛੋੜਨਾ ਨਹੀਂ ਚਾਹੁੰਦੇ ਹਾਂ। ਅਸੀਂ ਪਲ ਪਲ ਕਿੱਥੇ ਕਿੱਥੇ ਕਿਸ ਤਰ੍ਹਾਂ ਮਰਦੇ ਹਾਂ, ਉਸ ਦੀ ਪ੍ਰਥਾएं ਆ। ਕਿਆ ਜਾਣਾ ਕਿ ਮਰਾਂਗੇ, ਕੈਸਾ ਮਰਨਾ ਹੋਏ। ਮੈਨੂੰ ਨਹੀਂ ਪਤਾ ਮੈਂ ਦਿਨ ਵਿੱਚ ਕਿਤਨੀ ਜਗ੍ਹਾ ਕਿਤਨੇ ਵਾਰੀ ਮਨਮੁਖ ਗਰਜੂ ਨਹੀਂ ਨਿਤ ਪਾਉਂਦਾ ਜੋ ਕਿਤਨੀ ਜਗ੍ਹਾ ਕਿਤਨੀ ਵਾਰੀ ਰੋਜ਼ ਮਰਦਾ ਹਾਂ। ਆਤਮਕ ਤੌਰ 'ਤੇ ਆਪਣੇ ਆਚਰਣ ਤੋਂ ਡਿੱਗਦਾ ਹਾਂ, ਆਪਣੇ ਮਨੁੱਖਤਾ ਦੇ ਤਲ ਤੋਂ ਢਹਿ ਪੈਂਦਾ ਹਾਂ ਔਰ ਪਸ਼ੂਤਾ ਵਾਲੀ ਬਿਰਤੀ ਕਰਨੀ ਸ਼ੁਰੂ ਕਰ ਦਿੰਦਾ ਹਾਂ। ਪਸ਼ੂ ਹੀ ਨਹੀਂ, ਦੋਸ਼ੀ ਦੋਸ਼ ਧਰੇ ਵਾਲੀ ਕੀਟਾਂ ਅੰਦਰ ਕੀਟ ਵਾਲੀ ਅਵਸਥਾ ਤੱਕ ਵੀ ਮੈਂ ਆ ਜਾਂਦਾ। ਜੇ ਹੋਰ ਮੈਂ ਅਵਤਰਣ ਮੇਰਾ ਇਨਸਾਨੀਅਤ ਤੋਂ ਡਿੱਗਦਾ ਪਸ਼ੂ ਤੱਕ ਆ ਜਾਏ ਨਾ, ਇਸ ਤੋਂ ਵੀ ਜੋ ਹੋਰ ਥੱਲੇ ਆ ਜਾਏ ਨਾ, ਉਹਨੂੰ ਕਿਰਮ ਜੰਤ ਕੀਟਾਂ ਵਾਲਾ ਜੀਵਨ ਕਹਿੰਦੇ ਨੇ। ਮੈਂ ਇਸ ਤਲ ਤੱਕ ਵੀ ਡਿੱਗ ਜਾਂਦਾ ਹਾਂ। ਇਸ ਤਲ ਤੱਕ ਜੇ ਮੈਂ ਨਾ ਡਿੱਗਾਂ, ਪਰ ਮੈਨੂੰ ਪਤਾ ਨਹੀਂ ਲੱਗਦਾ ਦਿਨ 'ਚ ਮੈਂ ਕਿਤਨੀ ਵਾਰੀ ਮਰਦਾ। ਕਿਆ ਜਾਣਾ ਕਿ ਮਰਾਂਗੇ, ਕੈਸਾ ਮਰਨਾ ਹੋਏ, ਪਤਾ ਹੀ ਨਹੀਂ ਲੱਗਦਾ। ਇਹ ਸਿਰਫ ਇਹ ਨਹੀਂ ਗੱਲ ਚੱਲ ਰਹੀ, ਉਹ ਪਤਾ ਨਹੀਂ ਜੀ ਕਦੋਂ ਕਿੱਥੇ ਮਰਾਂਗੇ ਜੀ। ਬੰਦਾ ਬਨਾਰਸ ਰਹਿੰਦਾ ਸੀ, ਬੰਬੇ ਗਿਆ ਤੇ ਉੱਥੇ ਮਰ ਗਿਆ, ਪਤਾ ਹੀ ਨਹੀਂ ਲੱਗਦਾ ਜੀ। ਇਹਦੇ 'ਚ ਕੀ ਗੁਰਮਤ ਹੋ ਗਈ ਜੀ। ਮੈਂ ਅੱਜ ਕੱਲ੍ਹ ਅਮਰੀਕਾ ਰਹਿੰਦਾ ਵਾਂ, ਪਰ ਜੇ ਮੈਂ ਦਿੱਲੀ ਆਇਆ ਵਾਂ, ਕੱਲ੍ਹ ਮੇਰੀ ਡੈਥ ਹੋ ਜਾਏ, ਦੇਖੋ ਜੀ ਰਹਿੰਦਾ ਅਮਰੀਕਾ ਸੀ, ਭਾਵੇਂ ਦੇਖੋ ਜੀ ਦਿੱਲੀ ਰਹਿੰਦਾ ਸੀ ਫਿਰ ਅਮਰੀਕਾ ਚਲਾ ਗਿਆ, ਪਰ ਦੇਖੋ ਨਾ ਜਿੱਥੇ ਸਵਾਸ ਲਿਖੇ ਹੋਣ ਨਾ, ਜਿੰਨੀ ਲਿਖੀ ਹੋਵੇ ਉੱਥੇ ਸਵਾਸ ਮੌਤ ਘਸੀਟ ਕੇ ਲੈ ਹੀ ਜਾਂਦੀ ਹੈ। ਦੇਖੋ ਨਾ ਬਾਣੀ 'ਚ ਆਇਆ ਕਿਆ ਜਾਣਾ ਕਿ ਮਰੇਂਗੇ। ਗੁਰਮਤ ਇਹ ਨਹੀਂ ਕਹਿ ਰਹੀ that you don't know where you will die. Everybody knows it's uncertain, we don't know, but this is certain that one day we will die physically, as sure ਹੈ। ਇਹਦੇ 'ਚ ਕੋਈ ਬਹੁਤੀ ਕੋਈ ਧਾਰਮਿਕਤਾ ਨਹੀਂ ਹੈ। ਧਾਰਮਿਕਤਾ ਇਹ ਹੈ ਸਮਝਣ ਵਾਲੀ ਕਿ ਮੈਂ ਦਿਨ ਵਿੱਚ ਕਿੱਥੇ ਕਿੱਥੇ ਕਿਸ ਤਰ੍ਹਾਂ ਮਰਦਾ ਹਾਂ। ਇਸ ਕਰਕੇ ਟੈਗੋਰ ਗਾਰਡਨ ਅਸੀਂ ਇਹ ਸ਼ਬਦ ਪੜ੍ਹਿਆ ਸੀ, ਕਿਆ ਜਾਣਾ ਕਿ ਮਰਾਂਗੇ, ਕੈਸਾ ਮਰਨਾ ਹੋਏ। ਜੇਕਰ ਸਾਹਿਬ ਮਨੋ ਨਾ ਵਿਸਰੈ ਤਾਂ ਸਹਿਲਾ ਮਰਨਾ ਹੋਏ। ਜਿਹੜਾ ਹਰ ਰੋਜ਼ ਜੀਵਤਿਆਂ ਮਰ ਰਹੀ ਹੈ, ਮੇਰੇ ਵਾਸਤੇ ਮੁਸ਼ਕਲ ਹੋਇਆ ਸੀ ਨਾ, ਉਹ ਸਹਿਲਾ ਹੋ ਗਿਆ, ਉਹ ਸੌਖਾ ਹੋ ਗਿਆ। ਜ਼ਾਤ ਵੀ ਛੁੱਟ ਗਈ, ਹੰਕਾਰ ਦੀਆਂ ਅੱਖਾਂ ਔਰ ਬੋਲੀ ਵੀ ਛੁੱਟ ਗਈ, ਨਮਰਤਾ ਵੀ ਆ ਗਈ, ਬੋਡੀ ਲੈਂਗੁਏਜ ਵਿੱਚ ਐਰੋਗੈਂਸ ਵੀ ਛੁੱਟ ਗਈ, ਦਿਖਾਵਾ ਵੀ ਛੁੱਟ ਗਿਆ, ਦਾਜ ਵੀ ਛੁੱਟ ਗਿਆ। ਤਾਂ ਮਾਨੋ ਮੈਂ ਜੀਵਤਿਆਂ ਮਰ ਰਹੀ ਦੀ ਅਵਸਥਾ ਪ੍ਰਾਪਤ ਕਰ ਰਿਹਾ। ਸਹਿਲਾ ਮਰਨਾ ਆ ਗਿਆ। ਕਿਸ ਤਰ੍ਹਾਂ? ਸਰੀਰਕ ਡੈਥ ਤੋਂ ਬਾਅਦ ਨਹੀਂ, ਮਨ ਕਰਕੇ ਭੈੜੇ ਖਿਆਲਾਂ ਵਾਲੀ ਆਦਤਾਂ ਵਾਲੇ ਪੱਖੋਂ ਜੀਵਤਿਆਂ ਮਰ ਰਹੀਏ ਦੀ ਅਵਸਥਾ ਪ੍ਰਾਪਤ ਹੋ ਗਈ। ਜੇਕਰ ਸਾਹਿਬ ਮਨੂ ਨਾ ਵਿਸਰੇ ਦਾ ਮਤਲਬ ਹੈ ਜੇ ਆਈਡੀਅਲਸ ਮੈਂ ਨਾ ਛੱਡਾਂ ਜੋ ਸਤਿਗੁਰ ਨੇ ਦੱਸੇ ਨੇ, ਜੇ ਮੈਂ ਨਿਰਮਲ ਕਰਮ ਨਾ ਛੱਡਾਂ ਜੋ ਸਤਿਗੁਰ ਨੇ ਦੱਸੇ ਨੇ, ਤਾਂ ਸਹਿਲਾ ਮਰਨਾ ਆ ਜਾਂਦਾ ਹੈ। ਦੂਸਰਾ ਤੁਮਕੋ 4 ਛੋੜ 400 ਸੁਣਾਏ ਐਂਡ ਯੂ ਕੈਨ ਬੇਅਰ। ਦੁਨੀਆ ਵਧੀਕੀ ਕਰ ਸਕੇ ਔਰ ਤੁਸੀਂ ਬਰਦਾਸ਼ਤ ਕਰ ਸਕੋ।
दैट इज़ हाइट ऑफ पेशेंस, दैट इज़ हाइट ऑफ स्पिरिचुअलिटी। और वो जीना मनुख ने सीखना है। किस तरह सीखेगा? जो वननेस विद गॉड प्राप्त करेगा। एक मुंडे ने मैनू न्यूयॉर्क दसिया कि मेरा गोरा अमरीकन बॉस मैनू पुछदा है, मैं तैनू किन्नी वारी गुस्सा करदा हाँ, किन्नी वारी तेरा तू छुट्टी मंगदा है, मैं तेरी छुट्टी डिकलाइन कर दिंदा हाँ, तू इतनी नम्रता च, इतने प्यार च किस तरह रहिंदा है? कहंदा मेरे पेरेंट्स ने मैनू पेशेंस सिखाई है। कहंदा हैट्स ऑफ टू योर पेरेंट्स। वेयर आर दे लिविंग? कहंदा दे आर लिविंग इन इंडिया। कहंदा वाओ, आई वॉन्ट टू मीट योर पेरेंट्स। पर ਅਸੀਂ ਆਪਣੇ ਘਰਾਂ 'ਚ ਦੇਖਦੇ ਹਾਂ, ਸਾਡਾ ਬੱਚਾ ਜਦੋਂ ਸਾਡੇ ਮਾਤਾ ਪਿਤਾ ਪਿਆਰ ਕਰਦੇ ਨੇ, ਸਾਡਾ ਬੱਚਾ ਉਸ ਨੂੰ ਮਿਸਯੂਜ਼ ਕਰਦਾ ਹੈ। ਸਾਡੇ ਮਾਤਾ ਪਿਤਾ ਜਦੋਂ ਬੱਚੇ ਨੂੰ ਨਮਰਤਾ ਪਿਆਰ ਨਾਲ ਡੀਲ ਕਰਦੇ ਨੇ, ਸਾਡਾ ਬੱਚਾ ਮਿਸਯੂਜ਼ ਕਰਦਾ ਹੈ। ਸਾਡੇ ਮਾਤਾ ਪਿਤਾ ਜਦੋਂ ਬੱਚਾ ਰਾਤੀ ਘਰ ਲੇਟ ਆਏ, ਉਹਨੂੰ ਕੁਛ ਨਹੀਂ ਕਹਿੰਦੇ ਨੇ, ਤਾਂ ਬੱਚਾ ਇਸ ਆਦਤ ਨੂੰ ਪਕਾ ਲੈਂਦਾ। 11 ਵਜੇ ਦੇ ਬਦਲੇ 12, ਫਿਰ 1, ਫਿਰ 2, ਫਿਰ 3 ਵਜੇ ਆਉਣਾ ਸ਼ੁਰੂ ਕਰ ਦਿੰਦਾ ਹੈ। ਸਾਡੇ ਮਾਤਾ ਪਿਤਾ ਜਿਤਨਾ ਬੱਚੇ ਦੇ ਔਗੁਣਾਂ ਨੂੰ ਕੱਜਦੇ ਨੇ, ਬੱਚਾ ਆਪਣੇ ਔਗੁਣਾਂ ਨੂੰ ਹੋਰ ਮਲਟੀਪਲਾਈ ਕਰੀ ਜਾਂਦਾ ਹੈ। ਉਹ ਮਿਸਯੂਜ਼ ਕਰਦਾ ਹੈ। ਉਹਨੂੰ ਸਮਝ ਨਹੀਂ ਆ ਰਹੀ ਕਿ ਮੇਰੇ ਮਾਤਾ ਪਿਤਾ ਦਰਅਸਲ ਧਾਰਮਿਕਤਾ ਜੀ ਰਹੇ ਨੇ। ਬਾਣੀ ਤੋਂ ਸਿੱਖੇ ਨੇ, ਸੁਤ ਅਪਰਾਧ ਕਰਤ ਹੈ ਜੀਤੇ, ਜੰਨੀ ਚੀਤ ਨਾ ਰਾਖਸ ਦੇਤੇ। ਇਹ ਵਾਲੀ ਪ੍ਰੈਕਟਿਸ ਅਸੀਂ ਕਦੋਂ ਕਰਾਂਗੇ? ਸਾਨੂੰ ਤਾਂ ਇਹ ਫਲਾਣਾ ਨੇ ਫਲਾਣੇ ਧਰਮ ਨੂੰ ਇਹ ਕਹਿ ਦਿੱਤਾ, ਉਹਨਾਂ ਨੇ ਉਹਨਾਂ ਨੂੰ ਇਹ ਕਹਿ ਦਿੱਤਾ, ਉਹਨਾਂ ਨੇ ਸਾਡੇ ਧਰਮ ਨੂੰ ਇਹ ਕਹਿ ਦਿੱਤਾ, ਆਓ ਚਲੋ ਜੀ ਲੜਨ ਚੱਲੀਏ। ਦੈਟਸ ਵੈਰੀ ਈਜ਼ੀ। ਲੇਕਿਨ ਅਸੀਂ ਸੋਚੀਏ ਕਿ ਅਸੀਂ ਧਰਮ ਨੂੰ ਬਚਾ ਰਹੇ ਹਾਂ ਜਾਂ ਧਰਮ ਨੇ ਮੈਨੂੰ ਪਲ ਪਲ ਦੀ ਆਤਮਕ ਮੌਤ ਤੋਂ ਬਚਾਉਣਾ ਹੈ। ਮੇਰਾ ਸਤਿਗੁਰ ਰਖਵਾਲਾ ਹੋਆ, ਮੈਂ ਪ੍ਰੈਕਟਿਸ ਕਰਨੀ ਹੈ ਕਿ ਮੈਂ ਸਤਿਗੁਰ ਜੀ ਦਾ ਰਖਵਾਲਾ ਹਾਂ ਜਾਂ ਸਤਿਗੁਰ ਜੀ ਮੇਰੇ ਰਖਵਾਲੇ ਨੇ। ਸਤਿਗੁਰ ਸਾਡੀ ਬਾਂਹ ਫੜਦਾ ਹੈ ਔਰ ਸਾਨੂੰ ਆਤਮਕ ਮੌਤ ਮਰਨ ਤੋਂ ਬਚਾਉਂਦਾ ਹੈ, ਕਿਉਂਕਿ ਸਤਿਗੁਰ ਸਾਨੂੰ ਜੀਵਤਿਆਂ ਮਰ ਰਹੀਏ ਦੀ ਅਵਸਥਾ ਸਿਖਾ ਦਿੰਦਾ ਹੈ। ਰਾਮਕਲੀ ਸੱਧ ਸਾਰਾ ਇਸੀ ਪ੍ਰਥਾ ਆਏਗਾ ਔਰ ਪਿੰਡ ਸੰਤੋਖ ਦਾ ਭੋਜਨ ਇਕੱਤਰ ਕਰਨਾ ਹੈ, ਕਿਉਂਕਿ ਮੈਂ ਜੀਂਦੇ ਜੀ ਆਪਣੀ ਕਿਰਿਆ ਕਰਨ ਲੱਗਾ ਹਾਂ। ਲੋਕਾਂ ਦੀ ਕੀਤੀ ਸੀ, ਘਰ ਪਰਿਵਾਰ ਦੇ ਵਿਛੜੇ ਸੱਜਣਾ ਵਾਸਤੇ ਕੀਤੀ ਸੀ, ਲੇਕਿਨ ਰਾਮਕਲੀ ਸੱਧ ਇਸ ਪੱਖੋਂ ਨਹੀਂ ਵਿਚਾਰੀ ਗਈ ਕਿ ਤੂੰ ਜੀਵਤਿਆਂ ਮਰ ਰਹੀ ਏ, ਆਪ ਕਿਸ ਤਰ੍ਹਾਂ ਕਰ ਸਕਦਾ। ਕਸ਼ਮੀਰ ਅਸੀਂ ਗਏ ਸੀ, ਅਸੀਂ ਉੱਥੇ ਸੈਮੀਨਾਰ ਕੀਤਾ ਸੀ, ਆਜ ਮਿਲਾਵਾ ਸ਼ੇਖ ਫਰੀਦ ਟਾਕਮ ਕੁੰਜੜੀਆਂ ਮਨੋਂ ਮਚੰਦੜੀਆਂ। ਜਦੋਂ ਮੈਂ ਸਟੇਜ 'ਤੇ ਸ਼ਬਦ ਵਿਚਾਰ ਰਿਹਾ ਸੀ ਤਾਂ ਮੈਂ ਹੈਰਾਨ ਰਹਿ ਗਿਆ, ਫਰੀਦ ਜੀ ਸਿਖਾ ਰਹੇ ਨੇ ਰੱਬ ਨਾਲ, ਖੁਦਾ ਨਾਲ ਮਿਲਨ ਅੱਜ ਕਿਵੇਂ ਹੋ ਸਕਦਾ ਹੈ। ਸਾਰੇ ਸ਼ਬਦ 'ਚ ਫਰੀਦ ਜੀ ਨੇ ਸਿਖਾਇਆ ਆਪਣਾ ਜੀਂਦੇ ਜੀ ਗ੍ਰੇਵ ਕਿਸ ਤਰ੍ਹਾਂ ਤਿਆਰ ਕਰੀਦਾ ਹੈ, ਆਪਣੀ ਕਬਰ ਕਿਸ ਤਰ੍ਹਾਂ ਤਿਆਰ ਕਰੀਦਾ ਹੈ। ਜੀਵਤਿਆਂ ਮਰ ਰਹੀ ਹੈ। ਜਦੋਂ ਅਸੀਂ ਸ਼ਬਦ ਪੜ੍ਹਾਂਗੇ, ਸੰਬਤ ਸਾਹਾ ਲਿਖਿਆ ਮਿਲਕਰ ਪਾਵੋ ਤੇਲ, ਦਿਓ ਸੱਜਣ ਅਸੀਸਣੀਆਂ ਜੋ ਹੋਵੇ ਸਾਹਿਬ ਸਿਓ ਮੇਲ, ਮੇਰਾ ਜੀਂਦੇ ਜੀ ਸਾਹਿਬ ਨਾਲ ਮੇਲ। ਤਾਂ ਤੇਲ ਕਿਹੜੇ ਵਾਲਾ ਸਮਝਣਾ ਪਏਗਾ, ਕਿਹੜਾ ਤੇਲ ਪਾਣਾ ਹੈ। ਮਿਲਕਰ ਪਾਵੋ ਤੇਲ, ਕੌਣ ਮਿਲਕਰ ਪਾਣ? ਤੁਸੀਂ ਕਦੀ ਦੇਖਿਆ? ਸਾਡੇ ਤੁਹਾਡੇ ਘਰਾਂ ਵਿੱਚ ਕਿਸੇ ਦੀ ਡੈਥ ਹੋ ਜਾਂਦੀ ਹੈ, ਕੋਈ ਪੁੱਛ ਨਹੀਂ ਰਿਹਾ ਕਿ ਜੇ ਮਿਲਕਰ ਪਾਵੋ ਤੇਲ ਦਾ ਮਤਲਬ ਇਹ ਹੁੰਦਾ ਵੀ ਤੇਲ ਪਾਵੋ, ਤਾਂ ਜਾਂ ਤਾਂ ਘਰਾਂ ਵਿੱਚ ਜਾਂ ਗੁਰਦੁਆਰੇ ਕੋਈ ਤੇਲ ਪਾਉਣ ਦੀ ਰਸਮ ਹੋਣੀ ਚਾਹੀਦੀ ਹੈ। ਸਾਰੇ ਰਲ ਜਾਣ, ਸੰਗਤਾਂ ਉੱਠਣ, ਆਓ ਜੀ ਸਾਰੇ, ਇਹ ਬੰਦਾ ਮਰ ਗਿਆ, ਇਹਦਾ ਰੱਬ ਨਾਲ ਮੇਲ ਹੋਵੇ, ਆਓ ਮਿਲ ਕੇ ਤੇਲ ਪਾਈਏ। ਤੇਲ ਪਾਈਏ ਕਿਹੜੇ ਵਾਲਾ? ਸਰਸੋਂ ਵਾਲਾ, ਕੋਕੋਨਟ ਵਾਲਾ? ਕੋਈ ਗੱਲ ਨਹੀਂ ਚੱਲ ਰਹੀ ਹੈ, ਕਿਉਂਕਿ ਅਸੀਂ ਕੁਐਸਚਨਿੰਗ ਆਪਣੇ ਨਾਲ ਕਰ ਹੀ ਨਹੀਂ ਰਹੇ ਹਾਂ, ਕਿਉਂਕਿ ਅਸੀਂ ਸ਼ਬਦ ਦੀ ਵਿਚਾਰ ਕਰਨਾ ਚਾਹੁੰਦੇ ਹੀ ਨਹੀਂ ਹਾਂ, ਕਿਉਂਕਿ ਅਸੀਂ ਬਾਣੀ ਦੀ ਵਿਚਾਰ ਅੰਦਰ ਇੰਟਰਸਟ ਰੱਖਦੇ ਹੀ ਨਹੀਂ ਹਾਂ। ਔਰ ਅਸੀਂ ਗੁਰੂ ਕੇ ਸਿੱਖ ਅਖਵਾਉਂਦੇ ਹਾਂ, ਅਸੀਂ ਇਸ ਨੂੰ ਮੱਥਾ ਟੇਕਦੇ ਹਾਂ ਔਰ ਅਸੀਂ ਪੜ੍ਹੀ ਜਾ ਰਹੇ ਹਾਂ। ਸਤਿਗੁਰੂ ਨੂੰ ਸਭ ਕੋ ਦੇਖਦਾ, ਜੇ ਤਾਂ ਜਗਤ ਸੰਸਾਰ ਡਿੱਠੇ ਮੁਕਤ ਨਾ ਹੋਈ, ਜਿਚਰ ਸ਼ਬਦ ਨਾ ਕਰੇ ਵਿਚਾਰ। ਸ਼ਬਦ ਵਿਚਾਰ ਗੁਰੂ ਪਾਤਸ਼ਾਹ ਜ਼ਰੂਰੀ ਹੈ। ਗੁਰੂ ਪਾਤਸ਼ਾਹ ਕਹਿੰਦੇ ਹਾਂ, ਬਿਨਾਂ ਵਿਚਾਰਿਆ ਤੇ ਤੂੰ ਕਿਧਰੇ ਵੀ ਨਹੀਂ ਪਹੁੰਚੇਗਾ, ਤੇਰੀ ਜਰਨੀ ਹੀ ਨਹੀਂ ਸਟਾਰਟ ਹੋਏਗੀ। ਇਹਦਾ ਮਤਲਬ ਵਿਚਾਰ ਬੜੀ ਜ਼ਰੂਰੀ ਹੈ,
ਕੀਰਤਨ ਕਰ ਭਾਵੇਂ ਤੂੰ, ਪਾਠ ਕਰ ਭਾਵੇਂ ਤੂੰ, ਮੁਬਾਰਕ। ਅੰਮ੍ਰਿਤ ਵੇਲੇ ਉੱਠ ਕੇ ਬਾਣੀ ਪੜ੍ਹ, ਮੁਬਾਰਕ। ਲੇਕਿਨ ਤੈਨੂੰ ਉਹਦੀ ਵਿਚਾਰ ਜ਼ਰੂਰੀ ਹੈ। ਵਿਚਾਰ ਕਰੇਗਾ ਤਾਂ ਤੈਨੂੰ ਤੇਲ ਬਾਰੇ ਪਤਾ ਲੱਗੇਗਾ। ਇਸ ਕਰਕੇ ਅਸੀਂ ਕੱਲ ਆਪਣਾ ਪ੍ਰੋਗਰਾਮ ਇੱਥੋਂ ਸ਼ੁਰੂ ਕਰਾਂਗੇ ਕਿ ਗੁਰੂ ਪਾਤਸ਼ਾਹ ਕਹਿੰਦੇ ਨੇ, ਤੇਲ ਸਮਝਾ ਰਹੇ ਨੇ। ਦੀਵਾ ਮੇਰਾ ਏਕ ਨਾਮ, ਦੀਵਾ ਮੇਰਾ ਏਕ ਨਾਮ, ਦੁੱਖ ਵਿੱਚ ਪਾਇਆ ਤੇ, ਦੁੱਖ ਵਿੱਚ ਪਾਇਆ ਤੇ, ਦੀਵਾ ਮੇਰਾ ਏਕ ਨਾਮ, ਦੀਵਾ ਮੇਰਾ ਏਕ ਨਾਮ। ਉਨ ਚਾਨਣ ਓ ਸੋਖਿਆ, ਚੂਕਾ ਜਮ ਸਿਉ ਮੇਲ। ਉਨ ਚਾਨਣ ਓ ਸੋਖਿਆ, ਚੂਕਾ ਜਮ ਸਿਉ ਮੇਲ, ਚੂਕਾ ਜਮ